ਸਾਰੇ ਵਿਦਿਆਰਥੀਆਂ ਦਾ ਮੈਥ ਸਿੰਪਲੀਫਾਈਡ ਚੈਨਲ ਦੇ ਇਸ ਵੀਡੀਓ ਵਿੱਚ ਸਵਾਗਤ ਹੈ। ਮੈਥਸ ਦਾ ਵੀਡੀਓ ਜਿਸ ਵਿੱਚ 10ਵੀਂ ਕਲਾਸ ਦਾ ਮੈਥ ਦਾ ਅਧਿਆਇ 3 ਜਿਸ ਵਿੱਚ ਅਸੀਂ ਕਵਰ ਕਰਾਂਗੇ ਅਭਿਆਸ ਜਾਂ ਪ੍ਰਸ਼ਨਾਵਲੀ 3.1 ਤੇ 3.2। ਇਹ ਪਾਰਟ 1 ਹੈ। ਤੋਂ ਬਾਅਦ ਫਿਰ ਅਗਲੇ ਪਾਰਟਸ ਜਿਹੜੇ ਉਹਨਾਂ ਵਿੱਚ ਅਗਲੀਆਂ ਜਿਹੜੀਆਂ ਪ੍ਰਸ਼ਨਾਵਲੀਆਂ ਉਹ ਕਵਰ ਕਰਾਂਗੇ 3.3 4 5 ਅਤੇ 6। ਤਾਂ ਇਹ ਜਿਹੜੀ ਅਧਿਆਇ ਹੈਗਾ ਤੀਸਰਾ, ਇਹਦਾ ਨਾਮ ਹੈਗਾ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ। ਤਾਂ ਇਸ ਨੂੰ ਅੱਗੇ ਸ਼ੁਰੂ ਕਰਦੇ ਹਾਂ, ਨੈਕਸਟ ਚੱਲਦੇ ਹਾਂ। ਆਹ ਤੁਹਾਡੇ ਲੈਸਨ ਦਾ ਨਾਮ ਆ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ, ਪੇਅਰ ਆਫ ਲੀਨੀਅਰ ਇਕੁਏਸ਼ਨਸ ਐਂਡ ਟੂ ਵੇਰੀਏਬਲਸ। ਤਾਂ ਇਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਪੇਅਰ ਆਫ ਲੀਨੀਅਰ ਇਕੁਏਸ਼ਨਸ ਟੂ ਵੇਰੀਏਬਲਸ ਦਾ ਮਤਲਬ ਕੀ ਆ? ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ। ਦੋ ਚਲ ਆ, ਇਹਦੇ ਵਿੱਚ ਐਕਸ ਵਾਈ ਹੋ ਸਕਦੇ ਜਾਂ ਪੀ ਕੀ ਹੋ ਸਕਦੇ ਆ ਜਾਂ ਹੋਰ ਕੀ ਹੋ ਸਕਦੇ। ਰੇਖੀ ਸਮੀਕਰਨਾਂ ਮਤਲਬ ਇਹਨਾਂ ਵਿੱਚ ਪਾਵਰ ਇੱਕ ਆ, ਘਾਤ ਇੱਕ ਆ ਸਾਰਿਆਂ ਦੀ, ਤੇ ਰੇਖੀ ਸਮੀਕਰਨਾਂ ਦੇ ਜੋੜੇ ਆ। ਇੱਕ ਸਮੀਕਰਨ ਹੋ ਸਕਦੀ ਹੈ x ਪਲਸ ਵਾਈ ਕੁਛ ਸਮਥਿੰਗ, ਫਿਰ ਦੂਸਰੀ ਹੋ ਸਕਦੀ 2x ਪਲਸ 3y ਬਰਾਬਰ ਕੁਛ ਸਮਥਿੰਗ। ਮਤਲਬ ਦੋ ਸਮੀਕਰਨਾਂ ਦਾ ਕੰਬੀਨੇਸ਼ਨ ਹੈ, ਦੋ ਸਮੀਕਰਨ ਦੇ ਜੋੜੇ। ਇਹਨਾਂ ਨੂੰ ਕਿੱਦਾਂ ਹੱਲ ਕਰਨਾ, ਬਸ ਇਸ ਤੀਜੇ ਅਧਿਆਇ ਵਿੱਚ ਇਹੀ ਕੁਛ ਆ। ਇਹ ਅਸੀਂ ਪੜ੍ਹਨਾ ਕਿ ਇਸ ਨੂੰ ਹੱਲ ਕਿੱਦਾਂ ਕਰਨਾ। ਉਹਦੇ ਕਈ ਤਰੀਕੇ ਆ, ਜਿਹਦੇ ਵਿੱਚ ਪਹਿਲਾ ਜਿਹੜਾ ਤਰੀਕਾ ਅਭਿਆਸ ਜਾਂ ਪ੍ਰਸ਼ਨਾਵਲੀ 3.1 ਤੇ 3.2 ਵਿੱਚ ਅਲੇਖੀ ਵਿਧੀ ਹੈ, ਗ੍ਰਾਫਿਕਲ ਮੈਥਡ। ਗ੍ਰਾਫ ਨਾਲ ਕਿੱਦਾਂ ਉਹਦਾ ਆਨਸਰ ਕੱਢਣਾ, ਹੱਲ ਕਰਨਾ। ਆਨਸਰ ਕੱਢਣ ਦਾ ਮਤਲਬ ਕੀ ਆ? ਐਕਸ ਤੇ ਵਾਈ ਦਾ ਮੁੱਲ ਕੱਢਣਾ ਕੀ ਹੈ, ਕੁਐਸਚਨ ਐਕਸ ਤੇ ਵਾਈ ਕੀ ਹੋਊਗਾ ਇਹਦੇ 'ਚ। ਤੇ ਆਹ ਤੁਹਾਡਾ ਗ੍ਰਾਫ ਪੇਪਰ ਆ। ਇਹਦੇ ਵਿੱਚ ਆਹ ਓਰੀਜਨ ਹੋ ਗਈ, ਮੂਲ ਬਿੰਦੂ ਹੋ ਗਿਆ, ਸੈਂਟਰ ਰੀਜਨ ਹੋ ਗਈ, ਠੀਕ ਹੈ। ਤੇ ਬਾਕੀ ਆਹ ਸਾਰੇ ਜਿਹੜੇ ਦੇਖੋ ਕੈਲੀਬ੍ਰੇਸ਼ਨ ਕੀਤੀ ਹੈ, ਜਿੱਦਾਂ ਆਹ ਪੁਆਇੰਟ ਹੋ ਗਿਆ, ਤੁਹਾਨੂੰ ਪਤਾ ਹੀ ਗ੍ਰਾਫ ਆਉਂਦੀ ਹੈ, ਪਿਛਲੇ ਕਲਾਸਾਂ 'ਚ ਪੜ੍ਹਿਆ। ਆਹ ਪੁਆਇੰਟ ਹੋ ਗਿਆ 3-3, ਜੇ ਆਹ ਪੁਆਇੰਟ ਆ ਇਹ ਹੋ ਗਿਆ 5-2। ਇਸ ਤਰ੍ਹਾਂ ਰੇਖੀ ਸਮੀਕਰਨਾਂ ਦੇ ਜਿਹੜੇ ਹੱਲ ਆ ਜਾਂ ਪੁਆਇੰਟ ਆ ਜਾਂ ਬਿੰਦੂ ਕੱਢ ਕੇ ਉਹਨਾਂ ਦੇ ਗ੍ਰਾਫ ਬਣਾਉਣੇ ਆ। ਦੋ ਚਲਾਂ ਵਿੱਚ ਦੋ ਰੇਖੀ ਸਮੀਕਰਨ ਇੱਕ ਰੇਖੀ ਸਮੀਕਰਨ ਦਾ ਜੋੜਾ ਕਹਾਉਂਦਾ ਹੈ। ਰੇਖੀ ਸਮੀਕਰਨ ਜੋੜੇ ਦਾ ਵਿਆਪਕ ਰੂਪ ਆ। ਇੱਕ ਰੇਖੀ ਸਮੀਕਰਨ ਉੱਪਰ ਹੋ ਗਈ ਜਿਹਦੇ ਚ ਪਾਵਰ ਇੱਕ ਆ, ਐਕਸ ਦੀ ਵੀ ਵਾਈ ਦੀ ਵੀ, ਰੇਖੀ ਹੋ ਗਈ। ਆਹ ਚੱਲ ਪਦ ਹੋ ਗਿਆ। a1 ਤੇ b1 ਜਿਹੜੇ ਆ ਉਹ ਕੋਐਫੀਸ਼ੀਐਂਟ ਆ, ਮਤਲਬ ਗੁਣਾ ਕੇ ਐਕਸ ਤੇ ਵਾਈ ਦੇ। ਇੱਧਰ ਦੂਜੀ ਸਮੀਕਰਨ ਹੈ a2x ਪਲਸ b2y ਪਲਸ c2 ਬਰਾਬਰ 0। ਇਹਦੇ ਵਿੱਚ ਵੀ a2 ਤੇ b2xy ਦੇ ਗੁਣਾ ਕੇ ਤੇ c2 ਚੱਲ ਪਦ ਹੋ ਗਿਆ। ਆਹ ਸਾਰੇ a1 a2 b1 b2 c1 c2 ਇਸ ਤਰ੍ਹਾਂ ਦੀਆਂ ਵਾਸਤਵਿਕ ਸੰਖਿਆਵਾਂ ਆ। ਇਹ ਵਾਸਤਵਿਕ ਸੰਖਿਆਵਾਂ ਇਦਾਂ ਦੀਆਂ ਕਿ a1 ਦਾ ਸਕੁਅਰ ਤੇ b1 ਦੇ ਸਕੁਅਰ ਦਾ ਜੋੜ 0 ਆ, ਜੋੜ 0 ਨਹੀਂ ਹੈਗਾ, ਤੇ a2 ਸਕੁਅਰ ਪਲਸ b2 ਸਕੁਅਰ ਦਾ ਜੋੜ 0 ਨਹੀਂ ਹੈਗਾ। ਜਿਹਦਾ ਜੋੜ 0 ਹੋ ਗਿਆ ਫਿਰ ਆਹ ਦੋਨੇ 0 ਹੋ ਜੂਗੇ ਤਾਂ ਫਿਰ ਸਮੀਕਰਨ ਤਾਂ ਬਣਨੀ ਨਹੀਂ, ਕਿਉਂਕਿ ਜਿਹਦਾ ਸਕੁਅਰ ਕਰੀਦਾ ਪੋਜ਼ਿਟਿਵ ਹੋ ਜਾਂਦਾ। ਇਹਦਾ ਸਕੁਅਰ ਕਰਾਂਗੇ ਉਹ ਵੀ ਪੋਜ਼ਿਟਿਵ, ਤੇ ਦੋ ਪੋਜ਼ਿਟਿਵ ਨੰਬਰਾਂ ਦਾ ਜੋੜ 0 ਨਹੀਂ ਹੋ ਸਕਦਾ। ਜੇ 0 ਹੋਊਗਾ ਤਾਂ ਦੋਨੇ 0 ਹੋਊਗੇ। ਇਸ ਕਰਕੇ ਜੇ ਦੋਨੇ 0 ਹੋ ਗਏ ਫਿਰ ਸਮੀਕਰਨ ਤਾਂ ਬਣਨੀ ਨਹੀਂ, ਨਾ ਐਕਸ ਰਹਿਣਾ ਨਾ ਵਾਈ ਟਰਮ ਰਹਿਣੀ, ਆਹ ਟਰਮ ਰਹਿ ਜਾਣੀ ਹੈ। ਇਹ ਫਿਰ ਸਮੀਕਰਨ ਤਾਂ ਬਣਨੀ ਨਹੀਂ। ਇਸ ਕਰਕੇ ਆਹ ਕੰਡੀਸ਼ਨ ਇਹਦੇ ਨਾਲ। ਆਹ ਤੁਹਾਡੀ ਪ੍ਰਸ਼ਨਾਵਲੀ ਹੈ 3.1। ਬਲਦੇਵ ਆਪਣੀ ਪਹਿਲਾ ਸਵਾਲ ਹੈ, ਬਲਦੇਵ ਆਪਣੀ ਲੜਕੀ ਨੂੰ ਕਹਿੰਦਾ ਹੈ 7 ਸਾਲ ਪਹਿਲਾਂ ਮੈਂ ਤੇਰੇ ਨਾਲੋਂ 7 ਗੁਣਾ ਉਮਰ ਦਾ ਸੀ, ਹੁਣ ਤੋਂ 3 ਸਾਲ ਬਾਅਦ ਮੈਂ ਤੇਰੇ ਤੋਂ ਸਿਰਫ 3 ਗੁਣਾ ਉਮਰ ਦਾ ਰਹਿ ਜਾਵਾਂਗਾ। ਕਿ ਇਸ ਸਥਿਤੀ ਨੂੰ ਮਨੋਰੰਜਕ ਬਣਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਕਿ ਮਨੋਰੰਜਕ ਆ। ਇਸ ਸਥਿਤੀ ਨੂੰ ਬੀਜ ਗਣਿਤਕ ਅਤੇ ਅਲੇਖੀ ਰੂਪਾਂ ਵਿੱਚ ਵਿਅਕਤ ਕਰੋ ਜਾਂ ਦਰਸਾਓ। ਮਤਲਬ ਇਹਦਾ ਬੀਜ ਗਣਿਤਕ ਰੂਪ ਦਿਓ, ਸਮੀਕਰਨ ਬਣਾਓ, ਸਮੀਕਰਨ ਦਾ ਜੋੜਾ ਬਣਾਓ, ਤੇ ਦੂਜੀ ਗੱਲ ਅਲੇਖੀ ਰੂਪ ਵਿੱਚ ਵਿਅਕਤ ਕਰੋ, ਮਤਲਬ ਗ੍ਰਾਫ ਬਣਾਓ ਉਹਦਾ। ਇਸ ਤਰ੍ਹਾਂ ਇਹ ਦੂਸਰਾ ਸਵਾਲ ਹੈ, ਆ ਪਹਿਲਾ ਹੋ ਗਿਆ। ਆ ਦੂਜਾ ਸਵਾਲ ਹੈ, ਇਹ ਤੁਸੀਂ ਨੋਟ ਕਰ ਸਕਦੇ ਆਪਣੀ ਕਾਪੀ ਤੇ। ਜੇ ਬੁੱਕ ਨਹੀਂ ਹੈਗੀ ਤੁਹਾਡੇ ਸਕਰੀਨ ਤੇ ਹੈਗਾ, ਪੌਜ਼ ਕਰਕੇ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਸਕਦੇ ਹੋ। ਤੇ ਆਹ ਤੀਜਾ ਕੁਐਸਚਨ ਹੈ। ਤੇ ਤਿੰਨਾਂ ਵਜੇ ਦੋ ਪ੍ਰਸ਼ਨ ਅਸੀਂ ਕਵਰ ਕਰਾਂਗੇ, ਤੀਜਾ ਤੁਸੀਂ ਆਪ ਕਰ ਲਿਓ। ਆਹ ਪ੍ਰਸ਼ਨਾਵਲੀ 3.2 ਆ। ਆਹ ਸਮੱਸਿਆਵਾਂ ਦਿੱਤੀਆਂ, ਜਿੱਦਾਂ ਪਹਿਲੇ ਦਾ ਪਹਿਲਾ ਪਾਰਟ ਹੈ, ਜਮਾਤ ਐਕਸ ਦੇ 10 ਵਿਦਿਆਰਥੀ ਨੇ ਗਣਿਤ ਦੀ ਇੱਕ ਬੁਝਾਰਤ ਮੁਕਾਬਲੇ 'ਚ ਭਾਗ ਲਿਆ। ਜੇਕਰ ਲੜਕੀਆਂ ਦੀ ਗਿਣਤੀ ਤੋਂ 4 ਵੱਧ ਹੋਵੇ ਤਾਂ ਮੁਕਾਬਲੇ 'ਚ ਭਾਗ ਲੈਣ ਵਾਲੇ ਲੜਕੇ ਤੇ ਲੜਕੀ ਦੀ ਗਿਣਤੀ ਪਤਾ ਕਰੋ। ਇੱਥੇ ਕੀ ਆ? ਇੱਥੇ ਇਕੱਲਾ ਗ੍ਰਾਫ ਹੀ ਨਹੀਂ ਬਣਾਉਣਾ, ਸਿਰਫ ਗ੍ਰਾਫ ਬਣਾ ਕੇ ਫਿਰ ਉਹਦਾ ਹੱਲ ਵੀ ਕੱਢਣਾ। ਆਨਸਰ ਕੀ ਹੈ? ਜਿੱਦਾਂ ਲੜਕੇ ਤੇ ਲੜਕੀਆਂ ਦੀ ਗਿਣਤੀ ਪਤਾ ਕਰੋ, ਮਤਲਬ ਹੱਲ ਕੱਢਣਾ। ਇੱਦਾਂ ਦੂਜਾ ਸਵਾਲ ਹੈ ਅੱਗੇ।
ਤੇ ਅੱਗੇ ਅਸੀਂ ਇਹ ਪੜਾਂਗੇ ਜਿਹੜੇ ਇਹਨਾਂ ਦੇ ਗੁਣਾਂਕ ਆ A1 A2 B1 B2 ਤੇ C1 C2 ਇਹਨਾਂ ਦੇ ਜਿਹੜੇ ਅਨੁਪਾਤ ਆ A1 ਬਟਾ A2 B1 ਬਟਾ B2 ਤੇ C1 ਬਟਾ C2 ਅਨੁਪਾਤਾਂ ਤੋਂ ਸਾਨੂੰ ਕੀ ਇਨਫੋਰਮੇਸ਼ਨ ਮਿਲਦੀ ਹੈ। ਆ ਜਾਣਕਾਰੀ ਤੁਹਾਡੇ ਸਾਹਮਣੇ ਇਹਦੇ ਬਾਰੇ ਬਾਅਦ ਚ ਵੀ ਗੱਲ ਕਰਾਂਗੇ। ਇਹਨਾਂ ਅਨੁਪਾਤਾਂ ਤੋਂ ਸਾਨੂੰ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਮਿਲਦੀਆਂ ਬਿਨਾਂ ਸਮੀਕਰਨਾਂ ਨੂੰ ਹੱਲ ਕੀਤੇ ਤੋਂ। ਠੀਕ ਹੈ, ਆ ਸਾਹਮਣੇ ਲਿਖੀ ਹੈ, ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ। ਨੈਕਸਟ ਆ ਦੂਜਾ ਤੇ ਤੀਜਾ ਸਵਾਲ ਹੈ ਤੇ ਇਸ ਤੋਂ ਬਾਅਦ ਤੀਜਾ ਹੋ ਗਿਆ, ਫਿਰ ਇਸ ਤੋਂ ਬਾਅਦ ਚੌਥਾ ਸਵਾਲ ਹੈ, ਫਿਰ ਆ ਪੰਜਵਾਂ ਛੇਵਾਂ ਤੇ ਸੱਤਵਾਂ ਸਵਾਲ ਹੈ ਤੁਹਾਡਾ ਅਭਿਆਸ ਦਾ। ਇੱਥੇ ਪੌਜ਼ ਕਰਕੇ ਇਹਨੂੰ ਦੇਖ ਸਕਦੇ ਆ। ਤੇ ਆ ਤੁਹਾਡਾ ਹੱਲ ਅਧਿਆਇ 3 ਦਾ ਇੱਥੇ ਸ਼ੁਰੂ ਹੋਣ ਲੱਗਾ ਥੋੜਾ ਬਹੁਤਾ। ਫਿਰ ਪਹਿਲਾਂ ਦੋ ਚਲਾਂ ਵਿੱਚ ਰੇਖੀ ਸਮੀਕਰਨ ਜੋੜੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਚੱਲ ਦੋ ਆ, ਸਮੀਕਰਨ ਰੇਖੀ ਆ ਤੇ ਇੱਕ ਘਾਤੀ ਹੈ। ਰੇਖੀ ਤੇ ਇੱਕ ਘਾਤੀ ਚੱਲ ਉਹਦੇ ਚ ਦੋ ਹੁੰਦੇ ਆ। ਆ ਉਦਾਹਰਨਾਂ ਦਿੱਤੀਆਂ ਗਈਆਂ, ਦੇਖ ਲਓ ਏਦਾਂ ਦੀਆਂ ਸਮੀਕਰਨਾਂ ਹੁੰਦੀਆਂ। ਉਸ ਤੋਂ ਬਾਅਦ ਆ ਥੱਲੇ ਵਿਆਪਕ ਰੂਪ ਦਿੱਤਾ, ਤੁਸੀਂ ਪਹਿਲਾਂ ਵੀ ਦੇਖ ਚੁੱਕੇ ਆ। a1x plus b1y plus c1 ਬਰਾਬਰ 0, ਇਦਾਂ ਹੀ a2x b2y plus c2 ਬਰਾਬਰ 0 ਤੁਸੀਂ ਦੇਖ ਚੁੱਕੇ ਪਹਿਲੇ। ਆ ਕੰਡੀਸ਼ਨ ਵੀ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਾ, ਇਹ ਤੁਸੀਂ ਨੋਟ ਕਰ ਸਕਦੇ ਹੋ ਆਪਣੀਆਂ ਕਾਪੀਆਂ ਤੇ। ਸਾਰਾ ਪਹਿਲਾਂ ਦੱਸ ਚੁੱਕਿਆ ਵੀ ਜੇ 0 ਹੋ ਗਿਆ, ਇਹਨਾਂ ਦਾ ਸਕੇਅਰ 0 ਹੋ ਗਿਆ, ਸਕੇਅਰ ਦਾ ਸਮ ਜਾਂ ਜੋੜ, ਤਾਂ ਫਿਰ ਦੋਨੇ ਹੀ AB ਆ ਜਿਹੜੇ ਦੋਨੇ A1 B1 ਇਹ ਸਾਰੇ 0 ਹੋ ਜਾਊਗੇ। ਫਿਰ ਸਮੀਕਰਨ ਜਿਹੜੀ ਉਹ ਰਹਿਣੀ ਨਹੀਂ ਹੈਗੀ, ਖਤਮ ਹੋ ਜਾਣੀ ਹੈ ਸਮੀਕਰਨ। ਨੈਕਸਟ ਇੱਥੋਂ ਅਸੀਂ ਆਪਣਾ ਅਭਿਆਸ 3.1 ਸ਼ੁਰੂ ਕਰਨ ਦੀ ਜਿਹੜੀ ਹੈ ਕਾਰਵਾਈ ਸ਼ੁਰੂ ਕਰਦੇ ਹਾਂ। ਆ ਦੇਖੋ ਅਭਿਆਸ 3.1 ਐਕਸਰਸਾਈਜ਼ 3.1। ਇਹਦਾ ਉਦੇਸ਼ ਕੀ ਆ? ਇਸ ਅਭਿਆਸ ਦਾ ਉਦੇਸ਼ ਕੀ ਆ? ਆਮ ਸਮੱਸਿਆਵਾਂ ਨੂੰ ਦੋ ਚੱਲਾਂ ਵਾਲੇ ਰੇਖੀ ਸਮੀਕਰਨ ਵਿੱਚ ਬਦਲਣਾ ਅਤੇ ਬਾਅਦ ਚ ਉਹਨਾਂ ਨੂੰ ਲੇਖੀ ਜਾਂ ਗ੍ਰਾਫੀ ਰੂਪ ਦੇਣਾ। ਇੱਥੇ ਇਹ ਕੰਮ ਕਰਨਾ ਅਸੀਂ। ਆ ਤੁਹਾਡਾ ਸਵਾਲ ਜਿਹੜਾ ਮੈਂ ਪਹਿਲਾਂ ਹੀ ਪੜ੍ਹ ਚੁੱਕਾ ਹਾਂ ਤੁਹਾਡੇ ਸਾਹਮਣੇ, ਪਹਿਲੀ 3.1 ਅਭਿਆਸ ਦਾ। ਬਲਦੇਵ ਆਪਣੀ ਲੜਕੀ ਨੂੰ ਕਹਿੰਦਾ ਹੈ ਕਿ 7 ਸਾਲ ਪਹਿਲਾਂ ਮੈਂ 3 ਨਾਲੋਂ 7 ਗੁਣਾ ਉਮਰ ਦਾ ਸੀ, 3 ਸਾਲ ਬਾਅਦ ਮੈਂ 3 ਗੁਣਾ ਉਮਰ ਦਾ ਰਹਿ ਜਾਵਾਂਗਾ ਜਾਂ ਹੋ ਜਾਵਾਂਗਾ। ਇਸ ਸਥਿਤੀ ਨੂੰ ਬੀਜਗਣਿਤ ਅਤੇ ਗ੍ਰਾਫੀ ਰੂਪਾਂ ਵਿੱਚ ਵਿਅਕਤ ਕਰੋ। ਹੁਣ ਅਸੀਂ ਹੱਲ ਸ਼ੁਰੂ ਕੀਤਾ, ਨਾਲ ਨਾਲ ਤੁਸੀਂ ਕਾਪੀਆਂ ਤੇ ਨੋਟ ਕਰ ਸਕਦੇ ਹੋ। ਮੰਨ ਲਓ ਬਲਦੇਵ ਦੀ ਵਰਤਮਾਨ ਉਮਰ x ਸਾਲ ਹੈ, ਅਸੀਂ ਆਪਣੇ ਕੋਲ x ਮੰਨ ਲਈ, ਤੇ ਲੜਕੀ ਦੀ ਹੁਣ ਇਸ ਵੇਲੇ 22 ਸਾਲ ਹੈ। 7 ਸਾਲ ਪਹਿਲਾਂ ਕਿੰਨੀ ਹੋਊਗੀ? 7 ਸਾਲ ਪਹਿਲਾਂ ਬਲਦੇਵ ਦੀ ਉਮਰ x - 7 ਹੋ ਗਈ, 7 ਘਟਾਤੀ। ਜੇ ਹੁਣ 20 ਹੈ ਕਿਸੇ ਦੀ ਤਾਂ 7 ਸਾਲ ਪਹਿਲਾਂ 20 ਚੋਂ 7 ਕੱਢੇ 13 ਹੀ ਹੋਊਗੀ। 7 ਸਾਲ ਪਹਿਲਾਂ 13 ਹੋਊਗੀ, ਮਤਲਬ 20 ਚੋਂ 7 ਘਟਾਤੇ। ਜੇ x ਹੈ ਤਾਂ x - 7 ਹੋ ਜਾਊਗੀ, ਜੇ y ਹੈ ਤਾਂ y - 7 ਹੋ ਜਾਊਗੀ। ਹੁਣ ਦਿੱਤੀ ਗਈ ਸ਼ਰਤ ਅਨੁਸਾਰ, ਸ਼ਰਤ ਕੀ ਹੈ? ਬਲਦੇਵ ਦੀ ਉਮਰ 7 ਸਾਲ ਪਹਿਲਾਂ ਹੁਣ ਤੋਂ, ਬਲਦੇਵ ਦੀ ਉਮਰ ਬਰਾਬਰ 7 ਗੁਣਾ ਲੜਕੀ ਦੀ ਉਮਰ, ਮਤਲਬ ਲੜਕੀ ਦੀ ਉਮਰ ਤੋਂ 7 ਗੁਣਾ ਜ਼ਿਆਦਾ ਹੈ ਬਲਦੇਵ ਦੀ ਉਮਰ। ਤੇ ਆ ਤੁਹਾਡੇ ਸਾਹਮਣੇ ਉਹਨੂੰ ਜਿਹੜਾ ਅਲਜਬਰਿਕ ਫਾਰਮ ਦਿੱਤੀ, ਬੀਜ ਗਣਿਤਕ। ਬਲਦੇਵ ਦੀ ਉਮਰ ਲਿਖ ਦਿੱਤੀ, ਆ ਲੜਕੀ ਦੀ ਉਮਰ 7 ਨਾਲ ਗੁਣਾ ਕਰਤਾ ਤੇ ਕੈਲਕੂਲੇਸ਼ਨ ਕਰਕੇ 7 ਨੂੰ ਵਿੱਚ ਕੀਤਾ, y ਨਾਲ ਗੁਣਾ 7y ਹੋ ਗਿਆ। 7 ਨੂੰ 7 ਨਾਲ ਗੁਣਾ ਕੀਤੀ, ਬ੍ਰੈਕਟ ਖੋਲ ਦਿੱਤੀ, 49 ਹੋ ਗਿਆ। 7y ਦੂਜੇ ਪਾਸੇ ਆਇਆ, x - 7y ਹੋ ਗਿਆ ਤੇ -7 ਉੱਧਰ ਗਿਆ, ਉਹ ਪਲੱਸ ਦੇ ਹੋ ਗਿਆ, 49 ਮਾਈਨਸ ਦੇ ਆ, -42 ਰਹਿ ਗਏ। ਆ ਸਾਡੀ ਸਮੀਕਰਨ 1 ਬਣ ਗਈ ਬੀਜ ਗਣਿਤਕ ਰੂਪ ਦੇ ਵਿੱਚ। ਹੁਣ ਅਸੀਂ ਨੈਕਸਟ ਚੱਲਦੇ ਹਾਂ। 3 ਸਾਲ ਬਾਅਦ ਕੀ ਹੋਊਗਾ? ਹੁਣ ਤੋਂ 3 ਸਾਲ ਬਾਅਦ ਫਿਰ 3 ਵਿੱਚ ਜਮਾ ਹੋ ਜਾਊਗੀ ਉਮਰਾਂ ਦੇ ਵਿੱਚ। ਉਮਰਾਂ 3 ਸਾਲ ਜ਼ਿਆਦਾ ਨਹੀਂ ਹੋ ਗਈਆਂ, x + 3 ਤੇ y + 3। 3 ਸਾਲ ਬਾਅਦ ਬਲਦੇਵ ਦੀ ਜਿਹੜੀ ਉਮਰ ਆ ਉਹ ਲੜਕੀ ਦੀ ਉਮਰ ਤੋਂ 3 ਗੁਣਾ ਜ਼ਿਆਦਾ ਹੈ। 3 ਨਾਲ ਗੁਣਾ ਕਰਾਂਗੇ ਲੜਕੀ ਦੀ ਉਮਰ ਨੂੰ ਤਾਂ ਬਲਦੇਵ ਦੇ ਬਰਾਬਰ ਹੋਊਗੀ। ਲੜਕੀ ਦੀ ਥੋੜੀ ਹੈ ਉਮਰ। ਤੇ ਆ ਦੇਖੋ ਅਸੀਂ ਫਿਰ ਵਿੱਚ ਇੱਥੇ 3 ਸਾਲ ਬਾਅਦ ਦੇ ਮੁੱਲ ਭਰ ਦਿੱਤੇ। ਆ y + 3 ਹੋ ਗਿਆ, ਇੱਧਰ x + 3 ਹੋ ਗਿਆ, ਬ੍ਰੈਕਟਾਂ ਖੋਲੀਆਂ। ਆ ਸਾਡੇ ਕੋਲ ਸਮੀਕਰਨ ਦੂਜੀ ਆ ਗਈ। ਤਾਂ ਬੀਜ ਗਣਿਤਕ ਰੂਪ ਜਿਹੜਾ ਸਾਡੇ ਕੋਲ ਦੋਨਾਂ ਸਮੀਕਰਨ ਨੂੰ ਮੋਡੀਫਾਈ ਕਰਕੇ ਆ ਗਿਆ। 42 ਨੂੰ ਵੀ ਇੱਧਰ ਲੈ ਗਿਆ, 6 ਨੂੰ ਵੀ ਇੱਧਰ ਲੈ ਗਿਆ। ਇਹ ਬੀਜ ਗਣਿਤਕ ਰੂਪ ਸਾਡਾ ਸਾਨੂੰ ਪ੍ਰਾਪਤ ਹੋ ਗਿਆ। ਪਹਿਲਾ ਆਨਸਰ ਹੋ ਗਿਆ ਸਾਡਾ, ਆਨਸਰ ਪਹਿਲਾ। ਨੈਕਸਟ ਕੀ ਆ? ਅਲੇਖੀ ਜਾਂ ਗ੍ਰਾਫੀ ਰੂਪ ਦੇਣਾ। ਅਲੇਖੀ ਜਾਂ ਗ੍ਰਾਫੀ ਰੂਪ ਜਿਹੜਾ ਆ ਉਹ ਦੇਣ ਲਈ ਹਰੇਕ ਸਮੀਕਰਨ ਦੁਆਰਾ ਨਿਰੂਪਿਤ ਰੇਖਾ ਤੇ ਘੱਟੋ ਘੱਟ 2 ਬਿੰਦੂ ਪ੍ਰਾਪਤ ਕਰਨੇ ਪੈਣਗੇ। ਜਿਹੜੀ ਰੇਖਾ ਨੂੰ ਸ਼ੋ ਕਰਦੀ ਸਮੀਕਰਨ, ਤੁਸੀਂ ਨਾਮ ਵਿੱਚ ਸਿੱਖ ਚੁੱਕੇ ਆ ਵੀ। ਪਹਿਲਾਂ ਇੱਕ ਵੀਡੀਓ ਵੀ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ, ਜੇ ਦੇਖ ਲਿਆ ਤਾਂ ਠੀਕ ਆ। ਇੱਕ ਵੀਡੀਓ ਵੀ ਸ਼ੁਰੂ ਵਿੱਚ ਮੈਂ ਇੱਕ ਅਪਲੋਡ ਕੀਤਾ ਸੀ YouTube ਤੇ, ਤੁਸੀਂ ਦੇਖ ਸਕਦੇ ਆ। ਉਹਦੇ ਵਿੱਚ ਵੀ ਗ੍ਰਾਫ ਕਿੱਦਾਂ ਬਣਾਉਣਾ ਕਿਸੇ ਇੱਕ ਘਾਤੀ ਸਮੀਕਰਨ ਦਾ ਉਹ 'ਚ ਦੱਸਿਆ ਗਿਆ, ਤੁਸੀਂ ਉਹ ਦੇਖ ਸਕਦੇ ਹੋ।
ਤੇ ਘੱਟੋ ਘੱਟ ਦੋ ਬਿੰਦੂ ਸਾਨੂੰ ਚਾਹੀਦੇ, ਤਿੰਨ ਹੋਣ ਤਾਂ ਵਧੀਆ ਪਤਾ ਲੱਗ ਜਾਂਦਾ ਗਲਤੀ ਕਿੱਥੇ, ਪਰ ਘੱਟੋ ਘੱਟ ਦੋ ਬਿੰਦੂ ਤਾਂ ਚਾਹੀਦੇ ਨਾ ਇੱਕ ਰੇਖਾ ਲਈ। ਇੱਕ ਸਮੀਕਰਨ ਦੁਆਰਾ ਦੋ ਬਿੰਦੂ ਚਾਹੀਦੇ ਤਾਂ ਕਿ ਰੇਖਾ ਸਾਡੀ ਬਣ ਸਕੇ। ਤਾਂ ਇੱਥੇ ਅਸੀਂ ਦੋ ਦੋ ਬਿੰਦੂ ਦੋਨਾਂ ਸਮੀਕਰਨ ਦੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਮੀਕਰਨ 1 ਤੋਂ ਸਾਨੂੰ ਆਹ ਸਾਡੀ ਸਮੀਕਰਨ 1 ਆ, ਇਹਦੇ ਵਿੱਚ ਅਸੀਂ 7y ਇੱਕ ਪਾਸੇ ਰੱਖ ਲਿਆ, ਬਾਕੀ ਉੱਧਰ ਲੈ ਗਏ, ਤੇ ਹੁਣ y ਇਕੱਲਾ ਰਹਿ ਗਿਆ, ਬਾਕੀ ਸਾਰਾ ਕੁਝ ਉੱਧਰ ਚਲਾ ਗਿਆ। ਹੁਣ ਅਸੀਂ ਵਾਰੀ-ਵਾਰੀ ਵੈਲਿਊ ਪੁੱਟ ਕਰਦੇ ਹਾਂ। ਪਹਿਲਾਂ x ਬਰਾਬਰ 0 ਪੁੱਟ ਕੀਤਾ ਤੇ x ਦੀ ਜਗ੍ਹਾ 0 ਆ ਗਿਆ, x ਦੀ ਜਗ੍ਹਾ 0 ਆ ਗਿਆ। 42/7 7 42 ਕੱਟ ਕੇ 6 ਆ ਗਿਆ। ਜੇ x ਬਰਾਬਰ 7 ਪੁੱਟ ਕਰੀਏ, 42 ਤੇ 7 49 ਆ ਗਿਆ, 7 7 49 7 ਆ ਗਏ। ਤੇ ਅਸੀਂ ਹੁਣ ਦੇਖਦੇ ਹਾਂ ਅੱਗੇ ਨੈਕਸਟ ਕੀ ਸਟੈਪ ਹੈ ਸਾਡਾ। ਨੈਕਸਟ ਸਾਡਾ ਸਟੈਪ ਹੈਗਾ ਇਸ ਤਰ੍ਹਾਂ ਸਮੀਕਰਨ 1 ਦੇ ਸਾਡੇ ਕੋਲ ਦੋ ਹੱਲ ਜਾਂ ਬਿੰਦੂ ਆ ਗਏ। ਐਕਸ ਵਾਈ ਸੇ ਇੱਕ ਬਾਕਸ ਬਣਾ ਲਿਆ, ਸਮੀਕਰਨ 1 ਨੂੰ ਸ਼ੋ ਕਰਦਾ ਤੇ ਬਾਕਸ ਬਣਾ ਲਿਆ ਸੀ। ਤੇ ਬਾਕਸ ਵਿੱਚ ਦੇਖੋ x0 y6 ਤੇ x7 ਤੇ y7, ਮਤਲਬ ਸਾਡੇ ਕੋਲ ਦੋ ਬਿੰਦੂ ਆ ਗਏ 0 6 7,7। ਇਹ ਦੋ ਬਿੰਦੂ ਆ ਗਏ ਪਹਿਲੀ ਸਮੀਕਰਨ ਦੇ, ਸਮੀਕਰਨ ਨੰਬਰ 1 ਦੇ। ਉਸ ਤੋਂ ਸਮੀਕਰਨ 2 ਤੋਂ ਸਾਨੂੰ ਆ ਪ੍ਰਾਪਤ ਹੋਇਆ ਤੇ ਉੱਥੋਂ ਅਸੀਂ y ਇੱਕ ਪਾਸੇ ਰੱਖ ਕੇ ਸਾਨੂੰ ਆਹ ਸਾਡੇ ਕੋਲ ਪ੍ਰਾਪਤ ਹੋਈ ਸਮੀਕਰਨ। ਇਹਦੇ ਵਿੱਚ ਫਿਰ ਅਸੀਂ ਜੇ x ਬਰਾਬਰ 0 ਪੁੱਟ ਕਰੀਏ ਇੱਥੇ ਇਸ ਜਗ੍ਹਾ ਤੇ, ਤਾਂ 0 - 6/3 -2 ਆ ਗਿਆ। ਇਸ ਤਰ੍ਹਾਂ x 6 ਪੁੱਟ ਕਰਾਂਗੇ ਤਾਂ 6 ਚ 6 ਘਟੇ 0, 0/3 0 ਹੀ ਰਹਿ ਗਿਆ। ਤਾਂ ਫਿਰ ਸਮੀਕਰਨ 2 ਦੇ ਜਿਹੜੇ ਹੱਲ ਹੈ ਨੰਬਰ 2 ਦੇ ਸਾਡੇ ਕੋਲ ਆ ਪ੍ਰਾਪਤ ਹੋ ਗਏ। ਸਮੀਕਰਨ 2 ਦੇ ਹੱਲ ਹੋ ਗਏ 0 - 2 ਤੇ 6 0। ਇਸ ਤਰ੍ਹਾਂ ਸਾਡੇ ਕੋਲ ਸਮੀਕਰਨ 2 ਦੇ ਹੱਲ ਮਿਲ ਗਏ। ਹੁਣ ਨੈਕਸਟ ਸਟੈਪ ਦੇਖਦੇ ਹਾਂ। ਨੈਕਸਟ ਸਟੈਪ ਦੇ ਉੱਪਰ ਅਸੀਂ ਗ੍ਰਾਫ ਇਹਦਾ ਤਿਆਰ ਕੀਤਾ, ਤੁਸੀਂ ਦੇਖ ਸਕਦੇ ਹੋ। ਆਹ ਗ੍ਰਾਫ ਦੇਖੋ ਧਿਆਨ ਨਾਲ, ਗ੍ਰਾਫ ਨੂੰ ਦੇਖਣ ਦੀ ਕੋਸ਼ਿਸ਼ ਕਰੋ। ਆਹ ਵੈਲਿਊਜ਼ ਉੱਪਰ ਲਿਖੀਆਂ ਦੇਖੋ, ਦੇਖ ਸਕਦੇ ਗ੍ਰਾਫ ਤੇ 0 6 7 7 0 6 -0 ਤੇ 6 0। ਆਹ ਦੇਖੋ ਗ੍ਰਾਫ ਬਣਾਇਆ। ਪਹਿਲਾਂ ਪਹਿਲੀ ਸਮੀਕਰਨ ਦਾ ਗ੍ਰਾਫ ਆ ਦੇਖੋ, ਆਹ ਗ੍ਰਾਫ ਬਣਾਇਆ ਪਹਿਲੀ ਸਮੀਕਰਨ ਦਾ। ਪਹਿਲਾ ਆਹ ਪੁਆਇੰਟ ਦੇਖੋ 0 6, ਆਹ ਪੁਆਇੰਟ ਹੈ 0 6। ਫਿਰ ਦੂਸਰਾ ਪੁਆਇੰਟ ਹੈ 7 7, ਆਹ ਦੇਖੋ 7 7 ਦੀ ਲਾਈਨ 'ਚ, ਇਧਰੋਂ 7 ਤੇ ਉਧਰੋਂ ਵੀ 7, ਇਹ 7 7 ਪੁਆਇੰਟ ਹੋਗਾ। ਇਸ ਤਰ੍ਹਾਂ ਦੂਜੀ ਸਮੀਕਰਨ 0 - 2 ਪੁਆਇੰਟ ਹੋ ਗਿਆ ਤੇ 6 0 ਹੋ ਗਿਆ। ਉੱਪਰਲੇ ਜਿਹੜੀ ਸਮੀਕਰਨ ਹੈ ਉਹਦੇ ਦੋਨਾਂ ਪੁਆਇੰਟਾਂ ਵਿੱਚ ਹੀ ਲਾਈਨ ਖਿੱਚ ਲਈ, ਫੁੱਟਾ ਰੱਖ ਕੇ ਆਪਾਂ ਲਾਈਨ ਬਣਾਤੀ, ਰੇਖਾ ਬਣ ਗਈ ਇੱਕ। ਇਹਦੇ ਥੱਲੇ ਇੱਕ ਲਾਈਨ ਬਣਾਤੀ, ਇਹ ਗ੍ਰਾਫ ਤਿਆਰ ਹੋ ਗਿਆ ਦੋਨੇ ਸਮੀਕਰਨਾਂ ਦੇ। ਇਸ ਤਰ੍ਹਾਂ ਜਿਹੜਾ ਸਾਡਾ ਸਵਾਲ ਸੀ ਉਹਦਾ ਬੀਜ ਗਣਿਤਕ ਰੂਪ ਵੀ ਹੋ ਗਿਆ ਤੇ ਤੁਹਾਡੇ ਸਾਹਮਣੇ ਇਹ ਗ੍ਰਾਫੀ ਰੂਪ ਵੀ ਅਸੀਂ ਪ੍ਰਗਟ ਕਰ ਦਿੱਤਾ। ਇਹਨੂੰ ਕਹਿੰਦੇ ਗ੍ਰਾਫੀ ਰੂਪ ਜਾਂ ਆਲੇਖੀ ਰੂਪ, ਠੀਕ ਹੈ। ਇਹ ਵੀ ਹੋ ਗਿਆ। ਸਵਾਲ ਸਾਡਾ ਕੰਪਲੀਟ ਹੋ ਗਿਆ। ਨੈਕਸਟ ਸਵਾਲ ਦੇਖਦੇ ਹਾਂ ਕੀ ਆਪਣਾ, ਉਹਨੂੰ ਚੈੱਕ ਕਰਦੇ। ਦੂਜਾ ਸਵਾਲ ਕੀ ਆ? ਦੂਜਾ ਸਵਾਲ ਅਭਿਆਸ 3.1 ਦਾ। ਕ੍ਰਿਕਟ ਟੀਮ ਦੇ ਇੱਕ ਕੋਚ ਨੇ 4500 ਰੁਪਏ ਵਿੱਚ 3 ਬੱਲੇ ਤੇ 6 ਗੇਂਦਾਂ ਖਰੀਦੀਆਂ। ਬਾਅਦ ਵਿੱਚ ਉਸਨੇ ਇੱਕ ਹੋਰ ਬੱਲਾ ਤੇ ਉਸੇ ਤਰ੍ਹਾਂ ਦੀਆਂ 3 ਗੇਂਦਾਂ 1300 ਰੁਪਏ ਵਿੱਚ ਖਰੀਦੀਆਂ। ਇਸ ਸਥਿਤੀ ਨੂੰ ਬੀਜ ਗਣਿਤਕ ਅਤੇ ਜਮਾਇਤੀ ਰੂਪਾਂ ਵਿੱਚ ਵਿਅਕਤ ਕਰੋ। ਮਤਲਬ ਬੀਜ ਗਣਿਤਕ ਰੂਪ ਪਹਿਲਾਂ ਮੰਗੇ, ਜਮਾਇਤੀ ਮਤਲਬ ਉਹਦਾ ਗ੍ਰਾਫ ਅਸੀਂ ਤਿਆਰ ਕਰਨਾ ਹੈ। ਅਸੀਂ ਸ਼ੁਰੂ ਕਰਦੇ ਹਾਂ ਤੋਂ ਹੱਲ ਤੋਂ। ਮੰਨ ਲਓ ਇੱਕ ਬੱਲੇ ਦਾ ਮੁੱਲ x ਰੁਪਏ ਤੇ ਇੱਕ ਗੇਂਦ ਦਾ ਮੁੱਲ 22 ਰੁਪਏ ਸੀ ਆਪਣੇ ਕੋਲ ਮੰਨ ਲਿਆ। ਤੇ 3 ਬੱਲਿਆਂ ਦਾ ਮੁੱਲ 3x ਰੁਪਏ ਤੇ 6 ਗੇਂਦਾਂ ਦਾ ਮੁੱਲ 6y ਰੁਪਏ। ਤੇ 3 ਬੱਲੇ ਤੇ 6 ਗੇਂਦਾਂ ਦਾ ਕੁੱਲ ਮੁੱਲ ਹੋ ਗਿਆ 3x + 6y ਰੁਪਏ। ਇਹ ਨੰਬਰ 1 ਹੋ ਗਿਆ। ਪਰੰਤੂ ਪ੍ਰਸ਼ਨ ਇਹਨੂੰ ਨੰਬਰ 1 ਹਜੇ ਨਾ ਦੇ ਸਮੀਕਰਨ ਨੂੰ ਲੈ ਲੈਂਦੇ। ਪਰੰਤੂ ਪ੍ਰਸ਼ਨ ਅਨੁਸਾਰ 3 ਬੱਲੇ ਤੇ 6 ਗੇਂਦਾਂ ਦਾ ਮੁੱਲ 3900 ਰੁਪਏ ਦਿੱਤਾ। ਪ੍ਰਸ਼ਨ ਪੜ੍ਹ ਕੇ ਦੇਖ ਲਓ ਉਹਦੇ ਚ ਇੱਦਾਂ ਦਿੱਤਾ ਤੇ ਅਸੀਂ ਸਭ ਬਰਾਬਰ 3900 ਲਿਖ ਲਿਆ। ਦੇਖੋ ਪਹਿਲੀ ਸਮੀਕਰਨ ਸਾਡੀ ਹੋ ਗਈ। ਦੂਸਰੀ ਸਮੀਕਰਨ ਤੇ ਇੱਕ ਬੱਲਾ ਤੇ 3 ਗੇਂਦਾਂ ਦਾ ਮੁੱਲ 1 × x, ਇੱਕ ਬੱਲੇ ਦਾ ਮੁੱਲ ਹੋ ਗਿਆ ਤੇ 3 ਗੇਂਦਾਂ ਦਾ ਮੁੱਲ 3 × y, ਕਿਉਂਕਿ ਇੱਕ ਗੇਂਦ ਦਾ ਮੁੱਲ y ਆ ਤੇ ਤਿੰਨਾਂ ਦਾ ਹੋ ਗਿਆ 3 × y। ਇਸ ਤਰ੍ਹਾਂ 1 × x x ਹੋ ਗਿਆ, 3 × y 3y, x + 3y ਕੁੱਲ ਮੁੱਲ ਹੋ ਗਿਆ, ਪਰ ਦਿੱਤਾ ਸਾਨੂੰ 1300 ਪ੍ਰਸ਼ਨ ਅਨੁਸਾਰ। ਇਸ ਕਰਕੇ
ਸਾਡੇ ਕੋਲ ਸਮੀਕਰਨ ਦੂਜੀ ਆ ਗਈ x + 3y = 1300। ਇਸ ਤਰ੍ਹਾਂ ਦਿੱਤੀ ਸਮੱਸਿਆ ਦਾ ਬੀਜ ਗਣਿਤਕ ਰੂਪ ਆ ਤੁਹਾਡੇ ਸਾਹਮਣੇ ਆ ਗਿਆ। ਆ ਦੇਖੋ ਪਹਿਲੀ ਸਮੀਕਰਨ, ਪੰਜਵੀਂ ਤੋਂ ਇਹ ਤੁਹਾਡਾ ਬੀਜ ਗਣਿਤਕ ਰੂਪ ਆ ਗਿਆ। ਠੀਕ ਹੈ, ਬੀਜ ਗਣਿਤਕ ਰੂਪ ਆ ਗਿਆ। ਤਾਂ ਹੁਣ ਦਿੱਤੀ ਗਈ ਸਮੱਸਿਆ ਦਾ ਅਲੇਖੀ ਰੂਪ ਅਸੀਂ ਕਰਨਾ। ਸਮੀਕਰਨ 1 ਤੋਂ ਮਤਲਬ ਆ ਸਾਡੀ ਸਮੀਕਰਨ ਇੱਕੋ ਹੀ ਹੈ ਜਿਹੜੀ ਅਸੀਂ ਦੁਬਾਰਾ ਲਿਖੀ ਹੈ। ਤੇ ਇੱਥੋਂ ਅਸੀਂ ਕਰਨਾ ਕੀ ਆ, ਜਿੱਦਾਂ ਪਹਿਲਾਂ ਕੀਤਾ ਸੀ, y ਇੱਕ ਪਾਸੇ ਰਹਿਣਾ ਚਾਹੀਦਾ, ਬਾਕੀ ਸਾਰੇ ਦੂਜੇ ਪਾਸੇ, ਜਾਂ x ਇੱਕ ਪਾਸੇ ਰਹਿਣਾ ਚਾਹੀਦਾ। x ਜਾਂ y ਚੋਂ ਇੱਕ ਜਿਹੜਾ ਚੱਲ ਹੈ ਇੱਕ ਪਾਸੇ ਰਹਿਣਾ ਚਾਹੀਦਾ, ਬਾਕੀ ਸਾਰਾ ਮਟੀਰੀਅਲ ਕਹਿ ਲਓ ਜਾਂ ਬਾਕੀ ਸਾਰੇ ਅੰਕੜੇ ਦੂਜੇ ਪਾਸੇ ਚਾਹੀਦੇ। ਬਟ ਰੂਲ ਦੇ ਅਨੁਸਾਰ, ਅਕੋਰਡਿੰਗ ਟੂ ਰੂਲਸ, ਮੈਥ ਦੇ ਰੂਲ ਲਾ ਕੇ ਅੰਨ੍ਹੇਵਾਹ ਆਪਣੀ ਮਰਜ਼ੀ ਨਾਲ ਉੱਪਰ ਥੱਲੇ ਕਰਨਾ। ਸਾਰੇ ਮੈਥ ਦੇ ਰੂਲ ਲਾ ਕੇ ਹੋ ਗਏ। ਚਲੋ ਖੈਰ, ਸਾਡੇ ਕੋਲ y ਬਰਾਬਰ ਆ ਪ੍ਰਾਪਤ ਹੋਇਆ। ਉਸ ਤੋਂ ਬਾਅਦ ਅਸੀਂ ਉੱਪਰੋਂ 3 ਕਾਮਨ ਕੱਢਿਆ, 1300, 13 3 39, ਦੇ ਇੱਥੇ 3 ਬਾਹਰ ਆ ਗਿਆ ਤੇ ਇਕੱਲਾ x ਰਹਿ ਗਿਆ। ਇਹਦੇ ਥੱਲੇ 6 ਨੂੰ ਲਿਖ ਲਿਆ, 3 ਬਣਾ ਦੋ, 3 3 ਕੱਟ ਗਏ ਤੇ ਸਾਡੇ ਕੋਲ ਲਾਸਟ ਵਿੱਚ ਆ ਪ੍ਰਾਪਤ ਹੋਇਆ, ਜਿਹਦੇ ਵਿੱਚ ਅਸੀਂ ਪੁੱਟ ਕਰਕੇ ਵਾਰੀ ਵਾਰੀ x ਦਾ ਮੁੱਲ ਤੇ y ਦਾ ਮੁੱਲ ਪਤਾ ਕਰਨਾ। x ਦੀ ਜਗ੍ਹਾ ਅਸੀਂ ਪਹਿਲਾਂ 100 ਪੁੱਟ ਕੀਤਾ, ਜੇ x 100 ਹੋਵੇ ਤਾਂ 1200/2 600 ਆ ਗਿਆ। ਫਿਰ x ਨੂੰ ਅਸੀਂ 300 ਪੁੱਟ ਕੀਤਾ, 1300 ਚ 300 ਕੱਢੇ 1000 ਰਹਿ ਗਏ ਤੇ 1000/2 ਕੱਟ ਕੇ 500 ਆ ਗਏ, 500 ਦੂਣਾ 1000। ਤਾਂ ਆ ਸਾਡੇ ਕੋਲ ਸਮੀਕਰਨ ਦੇ ਹੱਲ ਆ ਗਏ। ਸਮੀਕਰਨ ਜਿਹੜੀ ਆ ਪਹਿਲੀ ਸਮੀਕਰਨ ਦਾ ਆ ਹੱਲ ਹੈ। ਸਮੀਕਰਨ 2 ਤੋਂ ਵੀ ਅਸੀਂ ਆ ਜਿਹੜਾ y ਆ ਇਹ ਪ੍ਰਾਪਤ ਕਰ ਲਿਆ, y ਦਾ ਮੁੱਲ ਅੱਗੇ ਪਿੱਛੇ ਕਰਕੇ ਦੋ ਸਮੀਕਰਨ ਨੂੰ ਲਿਖ ਕੇ। ਤਾਂ ਉੱਥੋਂ ਅਸੀਂ ਫਿਰ ਅੱਗੇ ਅਗਲੇ ਸਟੈਪ ਦੇ ਉੱਪਰ ਦੇਖਦੇ ਹਾਂ ਭਈ ਕਿੱਦਾਂ ਹੁੰਦਾ। ਆ ਦੇਖੋ y ਬਰਾਬਰ 1300 - x/3 ਨੇ ਦੂਜੀ ਸਮੀਕਰਨ ਦਾ ਸਾਡੇ ਕੋਲ ਆ ਗਿਆ, ਮੈਟਰ ਆ ਗਿਆ, ਜਿਹਦੇ ਵਿੱਚ ਫਿਰ ਅਸੀਂ x ਨੂੰ 100 ਪੁੱਟ ਕਰਾਂਗੇ ਤਾਂ 1300 - 100 1200/3 400 ਆ ਗਿਆ। ਫਿਰ x ਨੂੰ 400 ਪੁੱਟ ਕੀਤਾ, 1300 ਚ 400 ਕੱਢੇ 900/3 ਆ ਗਿਆ 300। ਅਸੀਂ x ਦੀ ਵੈਲਿਊ ਉਹ ਪੁੱਟ ਕਰਨੀ ਆ ਜਿਹਦੇ ਨਾਲ ਕੋਸ਼ਿਸ਼ ਕਰਨੀ ਆ ਕਿ ਪੁਆਇੰਟਾਂ ਵਿੱਚ ਵੈਲਿਊ ਨਾ ਆਵੇ, ਕਿਉਂਕਿ ਥੱਲੇ ਜਿਹੜਾ ਬਟੇ 'ਚ ਨੰਬਰ ਆ ਜਿਹੜਾ ਇਹ ਚੈੱਕ ਕਰਨਾ ਕੀ ਹੈ, ਇਹਦੇ ਪਹਾੜੇ 'ਚ ਆਉਣਾ ਚਾਹੀਦਾ। ਜੇ ਅਸੀਂ ਹੁਣ ਇੱਥੇ x ਦੀ 500 ਆਪਣੇ ਵੱਲੋਂ 500 300 150 ਰੱਖੀ ਜਾਈਏ ਉਹਦਾ ਕੋਈ ਫਾਇਦਾ ਨਹੀਂ ਹੈਗਾ, ਉਹ ਫਿਰ ਤਕਲੀਫ ਵਾਲਾ ਹੀ ਕੰਮ ਹੈ, ਕਿਉਂਕਿ ਉਹਦੇ ਨਾਲ ਫਿਰ ਪੁਆਇੰਟਾਂ ਵਿੱਚ ਆ ਜਾਣਾ ਤੇ ਗ੍ਰਾਫ ਦੇ ਉੱਪਰ ਤੁਸੀਂ ਪੁਆਇੰਟਾਂ ਵਾਲੇ ਨੰਬਰ ਲਾਉਣੇ ਮੁਸ਼ਕਲ ਹੋ ਜਾਣੇ ਤੁਹਾਡੇ ਲਈ। ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇੱਥੇ ਜਿਹੜਾ x ਦੀ ਵੈਲਿਊ ਉਹੀ ਪੁੱਟ ਕਰਨੀ ਹੈ ਜਿਹੜੀ ਇਹਦੇ ਚੋਂ ਘਟਾ ਕੇ ਉਹ ਨੰਬਰ ਆਵੇ ਇੱਥੇ ਜਿਹੜਾ ਥੱਲੇ ਵਾਲੇ ਦੇ ਜਿਹੜਾ ਥੱਲੇ ਹਾਰਿਆ ਉਹਦੇ ਪਹਾੜੇ ਵਿੱਚ ਆਵੇ। ਜੇ ਥੱਲੇ 4 ਆ 5 ਜਾਂ 7 ਜੋ ਵੀ ਥੱਲੇ ਹੈਗਾ ਉਹਦੇ ਪਹਾੜੇ 'ਚ ਆਉਣਾ ਚਾਹੀਦਾ ਉੱਪਰ ਵਾਲਾ ਨੰਬਰ। ਇਹ ਸੋਚ ਕੇ ਦਿਮਾਗ ਨਾਲ ਕੰਮ ਹੋਣਾ। ਠੀਕ ਹੈ, ਆਹ ਤੁਹਾਡੇ ਕੋਲ ਫਿਰ ਸਮੀਕਰਨ 2 ਦਾ ਸੈੱਟ ਆ ਗਿਆ ਵੈਲਿਊਜ਼ ਦਾ, ਜਿਹੜਾ ਤੁਸੀਂ ਗ੍ਰਾਫ ਦੇ ਪੇਪਰ ਤੇ ਪਲਾਟ ਕਰਨਾ, ਉੱਤੇ ਮਤਲਬ ਅੰਕਿਤ ਕਰਨਾ। ਅੰਗਰੇਜ਼ੀ 'ਚ ਕਹਿੰਦੇ ਪਲਾਟ ਕਰਨਾ, ਪੰਜਾਬੀ 'ਚ ਕਹਿੰਦੇ ਅੰਕਿਤ ਕਰਨਾ। ਤਾਂ ਇਹ ਤੁਸੀਂ ਗ੍ਰਾਫ ਦੇ ਪੇਪਰ ਦੇ ਉੱਪਰ ਅੰਕਿਤ ਕਰੋਗੇ। ਦੋਨਾਂ ਸਮੀਕਰਨ ਦਾ ਤੁਹਾਨੂੰ ਪ੍ਰਾਪਤ ਹੋ ਗਿਆ। ਤੇ ਆਹ ਦੇਖੋ ਗ੍ਰਾਫ ਦੇ ਉੱਪਰ ਅਸੀਂ ਦੋਨੇ ਪਲਾਟ ਕਰ ਦਿੱਤੇ। ਆ ਦੇਖੋ ਉੱਪਰ ਵੈਲਿਊਜ਼ ਲਿਖੀਆਂ, ਉਹ ਦੇਖੋ ਡੱਬਿਆਂ ਦੇ ਵਿੱਚ ਗ੍ਰਾਫ ਦੇ ਉੱਪਰ 100 600 ਪਹਿਲੀ ਸਮੀਕਰਨ ਦੀ 100 600। ਆ ਦੇਖੋ ਆ 100 ਹੋ ਗਿਆ, ਉੱਪਰ ਜਾ ਕੇ 600 ਹੋ ਗਿਆ, ਇੱਧਰ ਨੂੰ 100 ਉੱਪਰ ਨੂੰ 600। ਆ ਪੁਆਇੰਟ ਆ ਗਿਆ 100, 600। ਇਸੇ ਤਰ੍ਹਾਂ ਦੂਸਰਾ ਆ ਗਿਆ 300 500, 300 500। ਆ ਦੇਖੋ ਆ ਪੁਆਇੰਟ ਆ ਗਿਆ, ਆ ਪੁਆਇੰਟ ਸੀ। ਫਿਰ ਫੁੱਟਾ ਲੈ ਕੇ ਲਕੀਰ ਖਿੱਚੀ ਤਾਂ ਗ੍ਰਾਫ ਬਣ ਗਿਆ ਉਸ ਸਮੀਕਰਨ ਦਾ। ਇਸ ਤਰ੍ਹਾਂ ਦੂਜੀ ਸਮੀਕਰਨ ਦੀਆਂ ਵੈਲਿਊਜ਼ ਹੈ 100 400 ਔਰ 100 400 ਥੱਲੇ ਆ ਗਈ, ਆ ਥੱਲੇ ਵਾਲਾ। ਫਿਰ 400 300। ਆ ਦੇਖੋ ਆ ਪੁਆਇੰਟ ਆ ਗਿਆ 400 300। ਫਿਰ ਲਕੀਰ ਲਾਤੀ। ਆ ਸਮੀਕਰਨਾਂ ਲਿਖ ਦਿੱਤੀਆਂ, ਫਿੱਕੀਆਂ ਦਿਸਦੀਆਂ ਕਿਉਂਕਿ ਥੋੜਾ ਪਿਕਚਰ ਕੁਆਲਿਟੀ 'ਚ ਫਰਕ ਪੈ ਗਿਆ, ਕੋਈ ਗੱਲ ਨਹੀਂ, ਡੋਂਟ ਵਰੀ।
ਤੁਹਾਨੂੰ ਤਾਂ ਸਿਰਫ ਤੁਸੀਂ ਤਾਂ ਸਿੱਖਣਾ ਹੈ ਕਿ ਗ੍ਰਾਫ ਕਿੱਦਾਂ ਬਣਾਉਣਾ। ਪਹਿਲਾਂ ਪਹਿਲੀ ਸਮੀਕਰਨ ਦਾ ਬਣਾ ਲੈਣਾ ਵੈਲਿਊਜ਼ ਪੁੱਟ ਕਰਕੇ, ਫਿਰ ਦੂਜੀ ਦਾ। ਇਸ ਤਰ੍ਹਾਂ ਗ੍ਰਾਫਿਕਲ ਰੂਪ ਹੋ ਗਿਆ ਸਾਡੀ ਸਮੱਸਿਆ ਜਿਹੜੀ ਸੀ, ਦੂਜਾ ਸਵਾਲ ਸੀ। ਇੱਥੇ ਸਵਾਲ ਸਾਡਾ ਕੰਪਲੀਟ ਹੁੰਦਾ। ਇਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। ਅੱਗੇ ਸਾਡੀ ਜਿਹੜੀ ਆ ਅਭਿਆਸ 3.2 ਸ਼ੁਰੂ ਹੁੰਦੀ ਹੈ। 3.2 ਅਭਿਆਸ ਦੇ ਵਿੱਚ ਦੇਖੋ ਇਹਦਾ ਉਦੇਸ਼ ਕੀ ਆ। ਆਮ ਸਮੱਸਿਆਵਾਂ ਨੂੰ ਬੀਜਗਣਿਤਕ ਰੂਪ ਦੇ ਕੇ ਜਾਂ ਰੇਖੀ ਸਮੀਕਰਨ ਦਾ ਜੋੜਾ ਬਣਾ ਕੇ ਉਹਨਾਂ ਦਾ ਜਿਹੜਾ ਗ੍ਰਾਫ ਹੈ ਜਾਂ ਆਲੇਖ ਆ, ਗ੍ਰਾਫ ਜਾਂ ਆਲੇਖ ਖਿੱਚਣਾ ਤੇ ਫਿਰ ਉਸੇ ਗ੍ਰਾਫ ਤੋਂ ਹੱਲ ਪਤਾ ਕਰਨਾ। ਗ੍ਰਾਫਿਕਲ ਹੱਲ ਹੈ ਇਹ, ਗ੍ਰਾਫ ਤੋਂ ਹੱਲ ਕੱਢਣਾ, ਆਨਸਰ ਕੱਢਣਾ। ਮਤਲਬ ਕਿ ਹੁਣ ਸਵਾਲ ਕੰਪਲੀਟ ਕਰਨਾ। ਪਿਛਲੀ ਅਭਿਆਸ ਵਿੱਚ ਕੀ ਸੀ, ਸਿਰਫ ਗ੍ਰਾਫ ਤੱਕ ਰੁਕਣਾ, ਸਿਰਫ ਸਿੱਖਣਾ ਕਿ ਗ੍ਰਾਫ ਕਿੱਦਾਂ ਬਣਦਾ। ਇਸ ਅਭਿਆਸ ਵਿੱਚ ਕੀ ਆ, ਗ੍ਰਾਫ ਬਣਾ ਕੇ ਉਸ ਦਾ ਹੱਲ ਵੀ ਕੱਢਣਾ। ਜਿਹੜੀ ਸਮੱਸਿਆ ਸੀ, ਸਵਾਲ ਸੀ, ਪ੍ਰਸ਼ਨ ਸੀ, ਜੋ ਵੀ ਸੀ, ਉਹਦਾ ਹੱਲ ਕੱਢਣਾ, ਆਨਸਰ ਕੱਢਣਾ ਕੀ ਹੈ। ਸਾਡਾ ਪਹਿਲਾ ਪ੍ਰਸ਼ਨ ਆ ਅਭਿਆਸ 3.2 ਦਾ ਕਿ ਹੇਠਾਂ ਦਿੱਤੀਆਂ ਸਮੱਸਿਆਵਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਬਣਾਓ ਤੇ ਉਹਨਾਂ ਦੇ ਆਲੇਖੀ ਵਿਧੀ ਦੁਆਰਾ ਹੱਲ ਪਤਾ ਕਰੋ। ਪਹਿਲਾ ਸਵਾਲ, ਜਮਾਤ 10ਵੀਂ ਦੇ 10 ਵਿਦਿਆਰਥੀਆਂ ਨੇ ਗਣਿਤ ਵਿੱਚ ਇੱਕ ਬੁਝਾਰਤ ਮੁਕਾਬਲੇ 'ਚ ਭਾਗ ਲਿਆ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਦੀ ਗਿਣਤੀ ਤੋਂ 4 ਵੱਧ ਹੋਵੇ ਤਾਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਲੜਕੇ ਤੇ ਲੜਕੀਆਂ ਦੀ ਗਿਣਤੀ ਪਤਾ ਕਰੋ। ਕੋਸ਼ਿਸ਼ ਕਰਦੇ ਹਾਂ ਇਹਨੂੰ ਕਰਨ ਦੀ ਸਵਾਲ ਨੂੰ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਹੱਲ ਲਿਖ ਕੇ। ਮੰਨ ਲਓ ਲੜਕੀਆਂ ਦੀ ਗਿਣਤੀ x ਹੈ ਤੇ ਲੜਕਿਆਂ ਦੀ ਗਿਣਤੀ y ਹੈ। ਅਸੀਂ ਕੋਲੋਂ ਮੰਨ ਲਿਆ। ਪ੍ਰਸ਼ਨ ਅਨੁਸਾਰ ਲੜਕੀਆਂ ਦੀ ਗਿਣਤੀ ਲੜਕਿਆਂ ਤੋਂ 4 ਵੱਧ ਹੈ। ਮਤਲਬ ਜੇ ਲੜਕਿਆਂ ਦੀ ਗਿਣਤੀ ਵਿੱਚ 4 ਐਡ ਕਰਾਂਗੇ ਫਿਰ ਲੜਕੀਆਂ ਦੀ ਆਊਗੀ। ਅਸੀਂ ਲੜਕਿਆਂ ਦੇ ਨੂੰ y ਮੰਨਿਆ, ਇਹਨੂੰ x ਮੰਨਿਆ, ਇਸ ਕਰਕੇ x ਬਰਾਬਰ 4 + y ਬਣ ਗਿਆ। ਸਾਡੀ ਪਹਿਲੀ ਬੀਜਗਣਿਤਕ ਸਮੀਕਰਨ ਬਣ ਗਈ। ਤੇ ਨੰਬਰ 2 ਤੇ ਕੀ ਆ ਸਾਡੇ ਕੋਲ, ਨੰਬਰ 2 ਤੇ ਆ ਲੜਕੀਆਂ ਦੀ ਗਿਣਤੀ ਤੇ ਲੜਕਿਆਂ ਦੀ 10 ਹੈ। ਟੋਟਲ ਕਲਾਸ ਵਿੱਚ 10 ਬੱਚੇ ਆ, ਫਿਰ ਜੇ 10 ਬੱਚੇ ਤਾਂ ਟੋਟਲ ਦੋਨਾਂ ਦੀ ਗਿਣਤੀ 10 ਹੀ ਹੋਣੀ ਹੈ। ਇਸ ਕਰਕੇ x + y ਬਰਾਬਰ 10। ਇਹ ਦੂਜੀ ਸਮੀਕਰਨ ਸਾਡੇ ਕੋਲ ਪ੍ਰਾਪਤ ਹੋ ਗਈ। ਇਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ। ਅੱਗੇ ਹੈਗਾ ਸਮੀਕਰਨ 1 ਅਤੇ 2 ਤੋਂ ਸਾਡੇ ਕੋਲ 2 ਬੀਜਗਣਿਤਕ ਸਮੀਕਰਨਾਂ ਪ੍ਰਾਪਤ ਹੁੰਦੀਆਂ। ਇੱਕ x - y ਬਰਾਬਰ 4 ਤੇ ਦੂਜੀ x + y ਬਰਾਬਰ 10। ਇਹ ਦੋ ਸਮੀਕਰਨ ਐਡਜਸਟ ਕਰਕੇ ਇਹ ਪਿੱਛੇ ਨੰਬਰ ਇਹ ਸਾਨੂੰ ਪ੍ਰਾਪਤ ਹੋਈਆਂ। ਇਹਦਾ ਆਲੇਖੀ ਹੱਲ ਅਸੀਂ ਸ਼ੁਰੂ ਲੱਗੇ ਕਰਨ ਵੀ ਆਲੇਖ ਜਾਂ ਗ੍ਰਾਫ ਬਣਾ ਕੇ ਹੱਲ ਕਿੱਦਾਂ ਕਰਨਾ। ਸਮੀਕਰਨ 1 ਤੋਂ ਤੇ ਸਮੀਕਰਨ 1 ਤੋਂ ਆ ਜਿਹੜੀ ਸਮੀਕਰਨ ਹੈ ਮੋਡੀਫਾਈ ਕਰਕੇ ਬਣਾਈ ਹੈ। 1 ਤੋਂ ਅਸੀਂ 1 ਨੂੰ ਇੱਥੇ ਲੈ ਲਿਆ ਸਮੀਕਰਨ ਨੂੰ। ਤੇ ਸਮੀਕਰਨ ਜਿਹੜੀ x + 4y ਹੈ, ਇਹਦੇ ਵਿੱਚ ਅਸੀਂ ਹੁਣ y ਦਾ ਮੁੱਲ ਪੁੱਟ ਕਰ ਰਹੇ ਹਾਂ, x ਦਾ ਆ ਰਿਹਾ। ਇੱਕ ਪਾਸੇ ਹੋਣਾ ਚਾਹੀਦਾ, ਚੱਲ ਦੂਜੇ ਦਾ ਆਪਣੇ ਆਪ ਆਈ ਜਾਣਾ। ਜੇ y 0 ਹੋਵੇ ਇੱਥੇ 0 ਪੁੱਟ ਕਰਤਾ ਤੇ 4 + 0 4। ਜੇ y 1 ਹੋਵੇ ਇੱਥੇ 1 ਪੁੱਟ ਕੀਤਾ, 4 ਤਾਂ 1 5। ਇੱਥੇ ਅਸੀਂ 3 ਪੁਆਇੰਟ ਲੈਣ ਦੀ ਕੋਸ਼ਿਸ਼ ਕੀਤੀ ਹੈ, 3 ਬਿੰਦੂ ਲਏ ਹਰੇਕ ਲਾਈਨ ਦੇ। ਜੇ y ਬਰਾਬਰ 2 ਹੋਵੇ ਤਾਂ 4 + 2x ਹੋ ਗਿਆ 6। ਤੇ ਸਾਡੇ ਕੋਲ ਜਿਹੜਾ ਡਾਟਾ ਆ ਉਹ ਆ ਆ 3 ਬਿੰਦੂਆਂ ਦਾ 4 0 5 1 6 2। ਇਸ ਤੋਂ ਬਾਅਦ ਅੱਗੇ ਸਮੀਕਰਨ 2 ਤੋਂ x + y ਬਰਾਬਰ 10 ਦੇਖੋ ਤੇ x + y ਬਰਾਬਰ 10 ਤੇ y ਬਰਾਬਰ 10 - x। x ਦੂਜੇ ਪਾਸੇ ਚਲ ਗਿਆ, ਘਟਾਵ ਦਾ ਸਾਈਨ ਆ ਗਿਆ। ਜੇਕਰ x ਬਰਾਬਰ 2 ਹੋਵੇ ਤਾਂ y 10 ਚ 2 ਕੱਢੇ, ਇੱਥੇ 2 ਪੁੱਟ ਕਰਨਾ ਇਸ ਜਗ੍ਹਾ ਤੇ, ਅਤੇ 2 ਪੁੱਟ ਕੀਤੇ ਤੇ 8 ਆ ਗਿਆ। ਇੱਦਾਂ ਹੀ x 4 ਪੁੱਟ ਕੀਤੇ ਤਾਂ 6 ਆ ਗਿਆ, 6 ਪੁੱਟ ਕੀਤੇ ਤਾਂ 4 ਆ ਗਿਆ। ਸੌਖਾ ਹੀ ਕੰਮ ਹੈ, ਸਾਰੇ ਆਰਾਮ ਨਾਲ ਕਰ ਸਕਦੇ। ਤੇ ਸਾਡੇ ਕੋਲ ਜਿਹੜਾ ਵੈਲਿਊ ਸੈੱਟ ਆ, ਸੈੱਟ ਆਫ ਵੈਲਿਊਜ਼ ਆ ਗਿਆ x ਤੇ y ਦਾ, ਦੂਜੀ ਸਮੀਕਰਨ ਦਾ, ਸਮੀਕਰਨ ਨੰਬਰ 2। ਹੁਣ ਅਸੀਂ ਅੱਗੇ ਕੀ ਕਰਨਾ, ਅੱਗੇ ਇਹਨਾਂ ਦਾ ਗ੍ਰਾਫ ਬਣਾ ਦੇਣਾ। ਗ੍ਰਾਫ ਬਣਾਤਾ ਤੁਹਾਡੇ ਸਾਹਮਣੇ, ਦੇਖੋ ਸਾਰੇ ਪੁਆਇੰਟ ਜਿਹੜੇ ਰੱਖ ਦਿੱਤੇ, ਵੈਲਿਊਜ਼ ਪੁੱਟ ਕਰ ਦਿੱਤੀਆਂ, ਉੱਪਰ ਪੁਆਇੰਟ ਲਿਖਿਆ, ਉਹ ਦੇਖੋ ਸਾਰਾ ਕੁਝ ਲਿਖ ਦਿੱਤਾ ਉੱਤੇ। ਆਹ ਦੇਖੋ ਅਭਿਆਸ 3.2 ਆ ਪੁਆਇੰਟ ਲਿਖਿਆ ਦੋਨਾਂ ਦੇ, ਦੇਖੋ 4 0 5 1 6 ਤੋਂ ਦੂਜੀ ਸਮੀਕਰਨ ਦੇ 2 8 4 6 6 4। ਤੇ ਇਸ ਪ੍ਰਸ਼ਨ ਦਾ ਉੱਤਰ ਰੇਖਾਵਾਂ ਦਾ ਕਾਟ ਬਿੰਦੂ ਹੈ। ਜਿੱਥੇ ਰੇਖਾਵਾਂ ਕੱਟਦੀਆਂ ਉਹ ਆਨਸਰ ਹੈ ਉੱਤਰ ਦਾ। ਕਾਟ ਬਿੰਦੂ ਕਿਉਂਕਿ 7 3 ਆ, ਦੇਖੋ ਲਿਖਿਆ ਵੀ, ਜੇ ਨਹੀਂ ਦਿਸਦਾ ਮੈਂ ਤੁਹਾਨੂੰ ਦੁਬਾਰਾ ਲਿਖ ਦਿੰਦਾ। 7 3 ਆ ਕਾਟ ਬਿੰਦੂ। 7 3 ਮਤਲਬ ਜਿਹੜੇ ਨਿਰਦੇਸ਼ਾਂਕ ਲਿਖਦੇ ਆ ਪਹਿਲਾਂ x ਹੁੰਦਾ ਫਿਰ y ਹੁੰਦਾ। ਇਹਦਾ ਮਤਲਬ 7x ਆ ਤੇ 3y ਆ। x ਬਰਾਬਰ 7 ਤੇ y ਬਰਾਬਰ 3। x ਕੀ ਸੀ, ਲੜਕੀਆਂ ਪੁੱਟ ਕੀਤਾ ਸੀ, 7 ਲੜਕੀਆਂ ਹੋ ਗਈਆਂ
ਤੇ 3 ਲੜਕੇ ਹੋ ਗਿਆ। ਉਹਦੇ ਸਾਹਮਣੇ ਤੁਹਾਡੇ ਲਿਖਿਆ ਲੜਕੀਆਂ ਬਰਾਬਰ 7 ਤੇ ਲੜਕੇ ਬਰਾਬਰ 3। ਤੇ ਗ੍ਰਾਫ ਤੁਸੀਂ ਦੇਖ ਲਓ, ਉਹਦੇ ਥੱਲੇ ਬਣਾਇਆ, ਇਹਨੂੰ ਚੈੱਕ ਕਰ ਲਓ ਚੰਗੀ ਤਰ੍ਹਾਂ ਤੇ ਪੌਜ਼ ਕਰਕੇ ਦੇਖ ਸਕਦੇ, ਸਮਝ ਸਕਦੇ। ਜੇ ਕੋਈ ਗੱਲ ਨਾ ਸਮਝ ਆਵੇ ਤਾਂ ਕਮੈਂਟ ਬਾਕਸ ਵਿੱਚ ਦੱਸ ਦੇਣਾ ਜਾਂ ਗਰੁੱਪ ਦੇ ਵਿੱਚ ਦੱਸ ਦੇਣਾ। ਆ ਦੇਖੋ ਰੇਖਾਵਾਂ 7 3 ਪੁਆਇੰਟ ਤੇ ਕੱਟੀਆਂ। ਆ ਪੁਆਇੰਟ ਆ, ਧਿਆਨ ਨਾਲ ਦੇਖ ਲਓ, ਇਸ ਪੁਆਇੰਟ ਤੇ ਰੇਖਾਵਾਂ ਕੱਟੀਆਂ। ਨੈਕਸਟ ਅਗਲਾ ਸਵਾਲ, ਅਗਲੇ ਸਵਾਲ ਦੇ ਵਿੱਚ ਦੋ ਚਲਾਂ ਵਿੱਚ ਰੇਖੀ ਸਮੀਕਰਨ ਦੇ ਜੋੜਾਂ ਦੇ x ਤੇ y ਦੇ ਗੁਣਾਂਕਾਂ ਦੇ ਅਨੁਪਾਤਾਂ ਤੋਂ ਮਹੱਤਵਪੂਰਨ ਸਿੱਟੇ। ਜਿੱਦਾਂ ਮੈਂ ਪਹਿਲਾਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ, ਟੇਬਲ ਜਿਹਾ ਦਿਖਾਇਆ ਸੀ, ਉਹਦੀ ਐਪਲੀਕੇਸ਼ਨ ਹੈ, ਉਹਨੂੰ ਅਪਲਾਈ ਕਰਨਾ, ਉਹਦੀ ਵਰਤੋਂ ਹੋਣੀ ਹੈ। x ਤੇ y ਦੇ ਗੁਣਾਂਕਾਂ ਦੇ ਜਿਹੜੇ ਅਨੁਪਾਤ ਆ ਉਹਨਾਂ ਤੋਂ ਕਿਹੜੇ ਕਿਹੜੇ ਸਿੱਟੇ ਨਿਕਲਦੇ ਆ, ਅਸੀਂ ਉਹਨਾਂ ਨੂੰ ਹੁਣ ਚੈੱਕ ਕਰਨਾ ਹੈ। ਆ ਜਿਹੜੀ ਸਟੈਂਡਰਡ ਰੇਖੀ ਸਮੀਕਰਨ ਦਾ ਜੋੜਾ ਆ ਉਹ ਤੁਹਾਡੇ ਸਾਹਮਣੇ ਪਹਿਲਾਂ ਵੀ 1-2 ਵਾਰੀ ਦਿਖਾ ਚੁੱਕੇ ਆ, ਇਹ ਤੁਹਾਡੇ ਸਾਹਮਣੇ। ਹੁਣ ਜਿਹੜੇ ਗੁਣਾਂਕਾਂ ਦੇ ਅਨੁਪਾਤ ਆ ਉਹਨਾਂ ਤੋਂ ਸਾਡੇ ਕੋਲ ਕੀ ਸਿੱਟੇ ਨਿਕਲਦੇ, ਦੁਬਾਰਾ ਫਿਰ ਦੇਖ ਲੈਂਦੇ। ਪਹਿਲਾਂ ਵੀ ਮੈਂ ਟੇਬਲ ਦਿਖਾਇਆ ਸੀ ਤੁਹਾਨੂੰ। ਤਾਂ ਆ ਗੁਣਾਂਕਾਂ ਦੇ ਅਨੁਪਾਤਾਂ ਤੋਂ ਕਿਹੜੇ ਕਿਹੜੇ ਸਿੱਟੇ ਨਿਕਲਦੇ, a1/a2 b1/b2 ਤੇ c1/c2 ਤੋਂ ਸਾਨੂੰ ਕਿਹੜੇ ਸਿੱਟੇ ਨਿਕਲਦੇ ਆ। ਦੇਖੋ ਟੇਬਲ ਦਿੱਤਾ, ਵੇਰਵਾ ਪੂਰਾ ਪੜ੍ਹ ਕੇ ਦੇਖ ਲਓ। ਪਹਿਲਾ ਹੈਗਾ ਨੰਬਰ 1 ਤੇ, ਜੇ a1/a2 b1/b2 ਦੇ ਬਰਾਬਰ ਨਾ ਹੋਵੇ, ਵੱਖਰੇ ਵੱਖਰੇ ਹੋਣ ਦੋਨੇ, ਫਿਰ ਰੇਖਾਵਾਂ ਜੇ ਬਣੂਗੀਆਂ ਉਹਨਾਂ ਦੇ ਗ੍ਰਾਫ ਜੇ ਬਣਾਵਾਂਗੇ, ਰੇਖਾਵਾਂ ਇੱਕ ਦੂਜੇ ਨੂੰ ਕਿਸੇ ਨਾ ਕਿਸੇ ਬਿੰਦੂ ਤੇ ਕੱਟ ਮਾਰ ਕੇ ਜਾਊਗੀਆਂ। ਜਿਸ ਬਿੰਦੂ ਤੇ ਕੱਟ ਕਰੂਗੀਆਂ ਉਹੀ ਉਹਨਾਂ ਦਾ ਆਨਸਰ ਹੋਊਗਾ, ਹੱਲ। ਕੇਵਲ ਇੱਕ ਹੱਲ ਹੋਊਗਾ ਕਿਉਂਕਿ ਇੱਕ ਬਿੰਦੂ ਤੇ ਮਿਲਦੀਆਂ, ਇੱਕੋ ਹੀ ਹੱਲ ਹੋਊਗਾ। x y ਇੱਕੋ ਹੀ ਹੱਲ ਹੋਊਗਾ, 3 4 5 6 7 3 8 10 ਦਾ ਇੱਕੋ ਹੀ ਹੱਲ ਹੋਊਗਾ। ਤੇ ਜੋੜਾ ਸੰਗਤ ਹੋਊਗਾ। ਸੰਗਤ ਦਾ ਮਤਲਬ ਕਿਤੇ ਨਾ ਕਿਤੇ ਤਾਂ ਇੱਕ ਦੂਜੇ ਨਾਲ ਮਿਲਦੇ ਆ, ਮਿਲ ਕੇ ਰਹਿੰਦੇ ਆ। ਸੰਗਤ ਆ, ਜਿੱਦਾਂ ਸੰਗਤ ਆਪਾਂ ਕਹਿੰਦੇ ਗੁਰਦੁਆਰੇ 'ਚ ਸੰਗਤ ਬੈਠੀ, ਜੁੜ ਕੇ ਬੈਠੇ ਆ, ਘੱਟੋ ਘੱਟ ਲਾਈਨਾਂ ਇੱਕ ਬਿੰਦੂ ਦੇ ਤਾਂ ਮਿਲ ਕੇ ਬੈਠੀਆਂ ਇੱਕ ਦੂਜੇ ਨਾਲ। ਇਸ ਕਰਕੇ ਜੋੜਾ ਜਿਹੜਾ ਸਮੀਕਰਨ ਦਾ ਸੰਗਤ ਆ, ਕਿਤੇ ਨਾ ਕਿਤੇ ਇੱਕ ਦੂਜੇ ਨੂੰ ਟੱਚ ਕਰਦਾ ਮਿਲਦਾ ਹੈ। ਤਾਂ ਤੁਸੀਂ ਸਮਝ ਗਏ ਕਿ ਜੇ a1/a2 b1/b2 ਦੇ ਬਰਾਬਰ ਨਾ ਹੋਵੇ ਤਾਂ ਰੇਖਾਵਾਂ ਜੇ ਬਣਾਈਏ ਤਾਂ ਉਹ ਕੱਟਦੀਆਂ ਹੋ ਗਈਆਂ, ਹੱਲ ਇੱਕ ਹੋਊਗਾ ਤੇ ਸੰਗਤ ਹੋਊਗੀਆਂ ਉਹ। ਨੰਬਰ 2 ਤੇ ਆ ਜਾਓ, ਜੇ ਤਿੰਨੇ ਹੀ ਬਰਾਬਰ ਹੋਣ, ਅਨੁਪਾਤ ਜਿਹਦਾ ਤਿੰਨੇ ਬਰਾਬਰ ਮੰਨ ਲਓ 2 ਬਰਾਬਰ 2 ਬਰਾਬਰ 2, ਤਿੰਨੇ ਬਰਾਬਰ ਹੋ ਗਏ, ਜਾਂ 3 ਬਰਾਬਰ 3 ਬਰਾਬਰ 3, ਤਿੰਨੇ ਹੀ ਬਰਾਬਰ ਹੋ ਗਏ, ਤਾਂ ਰੇਖਾਵਾਂ ਸੰਪਾਤੀ ਹੋ ਗਈਆਂ। ਸੰਪਾਤੀ ਦਾ ਮਤਲਬ ਰੇਖਾ ਤੇ ਰੇਖਾ ਆ ਜਾਊਗੀ, ਉੱਪਰ ਦੀ ਉੱਪਰ ਇੱਕ ਰੇਖਾ ਆ ਗਈ, ਫਿਰ ਉੱਪਰ ਹੀ ਫਿਰ ਦੂਜੀ ਰੇਖਾ ਬਣੂਗੀ, ਬਿਲਕੁਲ ਰੇਖਾ ਤੇ ਰੇਖਾ। ਕਹਿਣ ਦਾ ਭਾਵ ਹੈ ਕਿ ਰੇਖਾਵਾਂ ਦੇ ਸਾਰੇ ਬਿੰਦੂ ਜਿਹੜੇ ਉਹ ਸਾਂਝੇ ਹੋ ਜਾਊਗੇ। ਕਰੋੜਾਂ ਤੋਂ ਵੀ ਜ਼ਿਆਦਾ ਬਿੰਦੂ ਸਾਂਝੇ ਹੋ ਜਾਊਗੇ। ਜੇ ਕਰੋੜਾਂ ਤੋਂ ਵੀ ਜ਼ਿਆਦਾ ਹੋ ਜਾਊਗੇ, ਅਨੇਕ ਹੋ ਜਾਊਗੇ, ਅਨੰਤ ਹੋ ਜਾਊਗੇ, ਤੇ ਜਿੰਨੇ ਬਿੰਦੂਆਂ ਤੇ ਉਹ ਮਿਲਦੀਆਂ ਉਨੇ ਹੱਲ ਹੁੰਦੇ, ਫਿਰ ਅਨੇਕ ਹੱਲ ਹੋ ਜਾਊਗੇ, ਅਨੰਤ ਹੱਲ, ਅੰਤ ਨਹੀਂ ਕੋਈ ਆਉਣਾ। ਰੇਖਾਵਾਂ ਸੰਗਤ ਹੋ ਗਈਆਂ, ਸਮੀਕਰਨ ਸੰਗਤ ਹੈ ਕਿਉਂਕਿ ਇੱਕ ਦੂਜੇ ਨਾਲ ਤਾਂ ਫਿਰ ਵੀ ਮਿਲੀਆਂ ਇਕੱਠੀਆਂ ਹੀ ਆ। ਇੱਕ ਬਿੰਦੂ ਨਾਲੋਂ ਤਾਂ ਵੱਧ ਆ ਕਿਤੇ, ਠੀਕ ਹੈ। ਤੀਸਰੇ ਕੇਸ ਤੇ ਆ ਜਾਓ, ਕੇਸ ਨੰਬਰ 3। ਇੱਥੇ ਹੈਗਾ a1/a2 b1/b2 ਦੇ ਤਾਂ ਬਰਾਬਰ ਆ, ਪਰ c1/c2 ਦੇ ਬਰਾਬਰ ਨਹੀਂ ਹੈਗਾ। ਇੱਥੇ ਰੇਖਾਵਾਂ ਸਮਾਂਤਰ ਹੋ ਜਾਊਗੀਆਂ, ਕਿਤੇ ਨਹੀਂ ਕੱਟੋਗੀਆਂ। ਜੇ ਕੱਟੋਗੀਆਂ ਹੀ ਨਹੀਂ ਤਾਂ ਫਿਰ ਹੱਲ ਕਾਹਦਾ ਹੋਣਾ, ਇੱਕ ਦੂਜੇ ਨੂੰ ਟੱਚ ਕਰੂਗੀਆਂ ਤਾਂ ਹੀ ਹੱਲ ਹੋਊਗਾ, ਹੱਲ ਕੋਈ ਨਹੀਂ, ਆਨਸਰ ਕੋਈ ਨਹੀਂ ਆਉਣਾ। ਤੇ ਅਸੰਗਤ ਹੋ ਗਈਆਂ, ਮਤਲਬ ਕੋਈ ਸੰਗਤ ਨਹੀਂ ਇਹਨਾਂ ਦੀ ਆਪਸ ਵਿੱਚ, ਕੋਈ ਜੋੜੇ ਹੀ ਹੈ ਨਹੀਂ, ਅਸੰਗਤ ਹੋ ਗਿਆ, ਕ੍ਰਾਸ ਲੱਗ ਗਿਆ। ਬਾਕੀ ਇਹਦੇ ਸਹੀ ਹੈ, ਇੱਥੇ ਕ੍ਰਾਸ ਲੱਗ ਗਿਆ, ਦੇਖੋ ਕ੍ਰਾਸ ਲੱਗਾ, ਕੋਈ ਨਹੀਂ ਹੈਗਾ, ਅਸੰਗਤ ਹੈ। ਨੈਕਸਟ ਚੱਲਦੇ ਹਾਂ ਤੇ ਨੈਕਸਟ ਸਾਡਾ ਅਭਿਆਸ 3.2 ਦਾ ਦੂਜਾ ਸਵਾਲ ਹੈ। ਅਨੁਪਾਤਾਂ a1/a2 b1/b2 ਅਤੇ c1/c2 ਦੀ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਸਮੀਕਰਨ ਜੋੜਿਆਂ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਦੇ ਕੱਟਦੀਆਂ ਹਨ, ਸਮਾਂਤਰ ਹਨ ਜਾਂ ਸੰਪਾਤੀ ਹਨ। ਚੈੱਕ ਕਰਕੇ ਦੱਸਣਾ ਵੀ ਰੇਖਾਵਾਂ ਕਿੱਦਾਂ ਆ, ਇੱਕ ਬਿੰਦੂ ਤੇ ਕੱਟਦੀਆਂ ਕੀ ਆ, ਸਮਾਂਤਰ ਹੈ ਜਾਂ ਸੰਪਾਤੀ ਹੈ। ਅਸੀਂ ਕੀ ਕਰਦੇ ਹਾਂ, ਬਿਨਾਂ ਹੱਲ ਕੀਤੇ ਤੇ ਉਹੀ ਤਰੀਕਾ ਲਾਉਂਦੇ ਹਾਂ, a1/a2 ਵਾਲਾ ਅਨੁਪਾਤ ਕੱਢਦੇ ਹਾਂ ਉਹਨਾਂ ਦੇ ਗੁਣਾਂਕਾਂ ਦੇ। ਆ ਦੇਖੋ ਸਾਹਮਣੇ ਲਿਖਿਆ, ਪੜ੍ਹ ਲਓ। ਤੁਲਨਾ ਕਰਕੇ ਇਹਦੇ ਨਾਲ ਅਸੀਂ ਦੇਖਦੇ ਹਾਂ, ਜਿਹੜੀ ਸਟੈਂਡਰਡ ਇਕੁਏਸ਼ਨ ਹੈ ਉਹਨਾਂ ਤੁਲਨਾ ਕਰਕੇ ਦੋ ਦਿੱਤੀਆਂ, a1 ਤੇ a2 ਆ ਗਿਆ। a1 ਆ ਦੇਖੋ 5 ਆ ਗਿਆ, a2 7 ਹੋ ਗਿਆ। ਇਸ ਤੋਂ ਬਾਅਦ b1 -4 b2 6 c1 8 c2 -9। ਸਾਡੇ ਸਾਹਮਣੇ ਸਾਰਾ ਲਿਖ ਦਿੱਤਾ, ਆ ਦੇਖੋ ਚੈੱਕ ਕਰ ਲਓ। ਉਸ ਤੋਂ ਬਾਅਦ
ਅਨੁਪਾਤਾਂ ਦੀ ਜਾਂਚ ਹੁਣ ਚੱਲਦੀ ਹੈ। ਅਨੁਪਾਤ ਕਰ ਲਿਆ A1 ਬਟਾ A2 5/7, B1 B2 -4 ਬਟਾ 6। ਕੱਟ ਕੇ ਕਿੰਨੇ ਆ ਗਏ 2 ਤੇ 6, 2 ਦੂਣੀ 4 -2 ਬਟਾ 3 ਹੋ ਗਏ। ਪਰ ਇਹ ਬਰਾਬਰ ਨਹੀਂ ਹੈਗੇ, 5/7 -2 ਬਟਾ 3 ਦੇ ਬਰਾਬਰ ਥੋੜੀ ਹੈ। ਇਸ ਕਰਕੇ A1 ਬਟਾ A2 B1 ਬਟਾ B2 ਦੇ ਬਰਾਬਰ ਨਹੀਂ ਹੈਗਾ। ਜੇ ਨਹੀਂ ਹੈਗਾ ਤਾਂ ਪਹਿਲੀ ਕੰਡੀਸ਼ਨ ਲੱਗਣੀ ਹੈ। ਪਹਿਲੀ ਕੰਡੀਸ਼ਨ ਕੀ ਹੈ, ਦਿੱਤੀਆਂ ਸਮੀਕਰਨਾਂ ਦੁਆਰਾ ਦਰਸਾਉਂਦੀਆਂ ਰੇਖਾ ਇੱਕ ਬਿੰਦੂ ਤੇ ਕਾਟਵੀਆਂ ਹੋ ਗਈਆਂ। ਠੀਕ ਹੈ, ਆਨਸਰ ਹੋ ਗਿਆ ਪਹਿਲੇ ਦਾ। ਹੁਣ ਅੱਗੇ ਦੇਖਦੇ ਹਾਂ ਦੂਜਾ ਸਵਾਲ। ਦੂਜੇ ਸਵਾਲ ਨੂੰ ਚੈੱਕ ਕਰਕੇ ਦੇਖਦੇ ਹਾਂ ਕੀ ਹੈ। ਦੂਜਾ ਸਵਾਲ ਆ ਹੈ A1 A2 B1 B2 C1 C2 ਅਸੀਂ ਲਿਖ ਲਿਆ। ਉਹਨਾਂ ਦੇ ਅਨੁਪਾਤ ਦੇਖ ਲਓ, ਕੱਢ ਲਏ। ਅਨੁਪਾਤ ਕੱਢ ਕੇ ਦੇਖੋ, ਲਿਖਤੇ ਮੋਹਰੇ 9/18 ਕੱਟ ਕੇ 1/2 3/6 ਵੀ ਕੱਟ ਕੇ ਸਾਰੇ ਕੱਟ ਕੇ 1/2 ਆ ਗਏ। ਇਹਦਾ ਕੀ ਮਤਲਬ ਹੋਇਆ, ਸਾਰੇ ਬਰਾਬਰ ਹੋ ਗਏ। ਜੇ ਸਾਰੇ ਬਰਾਬਰ ਹੋ ਗਏ ਦੇਖੋ ਸਾਰੇ ਹੀ ਬਰਾਬਰ, ਤਾਂ ਦਿੱਤੇ ਜੋੜੇ ਨੂੰ ਦਰਸਾਉਣ ਰੇਖਾ ਸੰਪਾਤੀ ਹੋ ਗਈਆਂ, ਰੇਖਾ ਤੇ ਰੇਖਾ ਆ ਜਾਣੀ ਹੈ। ਕੰਡੀਸ਼ਨ ਨੰਬਰ 2 ਲੱਗ ਗਈ, ਜਿਹੜੀ ਅਸੀਂ ਉੱਥੇ ਪੜ੍ਹੀ ਸੀ ਉਹਦੇ ਵਿੱਚ ਟੇਬਲ ਦੇ ਵਿੱਚ ਸਾਰਨੀ ਪਹਿਲਾਂ ਪੜ੍ਹੀ ਹੈ। ਨੈਕਸਟ ਸਾਡਾ ਅਭਿਆਸ 3.2 ਦਾ ਤੀਜਾ ਸਵਾਲ। ਤੀਜੇ ਸਵਾਲ 'ਚ ਕੀ ਹੈ, ਅਨੁਪਾਤ ਚੈੱਕ ਕਰਕੇ ਤੁਲਨਾ ਕਰਕੇ ਪਤਾ ਕਰੋ ਕਿ ਹੇਠਾਂ ਦਿੱਤੇ ਸਮੀਕਰਨ ਜੋੜੇ ਜਿਹੜੇ ਆ ਸੰਗਤ ਹੈ ਕਿ ਅਸੰਗਤ ਹੈ। ਉਹੀ ਹੈ ਤਰੀਕਾ, ਸੇਮ ਟੂ ਸੇਮ ਉਹੀ ਲਿਖਣਾ। A1 ਆ ਦੇਖੋ ਰਕਮਾਂ ਤੁਹਾਡੇ ਸਾਹਮਣੇ ਲਿਖੀਆਂ, ਤੇ ਆ ਰਕਮਾਂ ਨੂੰ ਚੇਂਜ ਕਰਕੇ 5 ਇੱਧਰ ਲੈਣ ਦਾ ਬਰਾਬਰ ਦੂਜੇ ਪਾਸੇ 0 ਹੋ ਗਿਆ, 7 ਇੱਧਰ ਲੈਣ ਦਾ ਦੂਜੇ ਪਾਸੇ 0 ਹੋ ਗਿਆ। ਤਾਂ A1 A2 B1 B2 ਸਾਰੇ ਲਿਖ ਲਏ। ਲਿਖਣ ਤੋਂ ਬਾਅਦ ਅਨੁਪਾਤ ਪਤਾ ਕੀਤੇ। ਅਨੁਪਾਤ ਜਦੋਂ ਪਤਾ ਕੀਤੇ ਤਾਂ ਉਦੋਂ ਦੇਖੋ A1 ਬਟਾ A2 ਜਿਹੜਾ 3/2 ਆ, ਉਹ B1 ਬਟਾ B2 ਦੇ ਬਰਾਬਰ ਆਇਆ ਨਹੀਂ ਹੈਗਾ, ਮਿਲਿਆ ਨਹੀਂ ਇੱਕ ਦੂਜੇ ਨਾਲ। ਇਸ ਕਰਕੇ ਸਮੀਕਰਨ ਜੋੜੇ ਦਾ ਵਿਲੱਖਣ ਹੱਲ, ਵਿਲੱਖਣ ਮਤਲਬ ਇੱਕੋ ਹੀ ਆ, ਦੂਜਾ ਹੈ ਨਹੀਂ ਕੋਈ, ਇਹ ਸੰਗਤ ਹੈ। ਪੁੱਛਿਆ ਸੀ ਸੰਗਤ ਹੈ ਕਿ ਅਸੰਗਤ ਹੈ, ਕਿਉਂਕਿ ਇੱਕ ਹੱਲ ਹੈਗਾ, ਇਸ ਕਰਕੇ ਇਸ ਰੇਖਾਵਾਂ ਦਾ ਜੋੜਾ ਸੰਗਤ ਹੈ। ਨੈਕਸਟ ਚੱਲਦੇ ਹਾਂ। ਨੈਕਸਟ ਤੁਹਾਡੇ ਕੋਲ ਪ੍ਰਸ਼ਨਾਵਲੀ 3.2 ਦਾ 5ਵਾਂ ਸਵਾਲ ਹੈ। ਜਿਹੜਾ 5ਵਾਂ ਸਵਾਲ ਆ ਉਹਦੇ ਵਿੱਚ ਕੀ ਆ, ਇੱਕ ਆਇਤਾਕਾਰ ਬਾਗ ਆ ਜਿਸ ਦੀ ਲੰਬਾਈ ਚੜਾਈ ਤੋਂ 4 ਮੀਟਰ ਵੱਧ ਹੈ। ਲੰਬਾਈ ਚੜਾਈ ਤੋਂ 4 ਮੀਟਰ ਵੱਧ ਹੈ ਤੇ ਅਰਧ ਪਰਿਮਾਪ 36 ਮੀਟਰ ਹੈ। ਅਰਧ ਪਰਿਮਾਪ 36 ਮੀਟਰ ਹੈ ਤੇ ਬਾਗ ਦੀ ਲੰਬਾਈ ਤੇ ਚੜਾਈ ਪਤਾ ਕਰੋ। ਆ ਦੇਖੋ, ਬਾਗ ਦੀ ਲੰਬਾਈ ਚੜਾਈ ਤੋਂ 4 ਮੀਟਰ ਵੱਧ ਹੈ। ਚੜਾਈ 22 ਆ ਤੇ ਲੰਬਾਈ 22 + 4 ਹੋ ਗਈ, 22 + 4 ਬਰਾਬਰ x। ਮੇਰੇ ਖਿਆਲ ਤੁਹਾਨੂੰ ਸਮਝ ਆ ਗਈ ਹੋਣੀ ਹੈ ਇੰਨੀ ਕੁ ਚੀਜ਼ ਦੀ ਕਿ ਲੰਬਾਈ ਵੱਧ ਹੈ, 4 ਮੀਟਰ ਜ਼ਿਆਦਾ, 22 + 4 ਹੋ ਗਈ। ਠੀਕ ਹੈ, ਅੱਗੇ ਅਸੀਂ ਲਿਖ ਦਿੱਤਾ, ਦੇਖ ਲਓ, ਲੰਬਾਈ ਬਰਾਬਰ 4 + ਚੜਾਈ, x ਬਰਾਬਰ 4 + y ਲਿਖ ਦਿੱਤਾ, ਜਾਂ y + 4 ਜਾਂ 4 + y ਕੋਈ ਗੱਲ ਆ। ਅਰਧ ਪਰਿਮਾਪ x + y 36। ਅਰਧ ਪਰਿਮਾਪ ਦਾ ਮਤਲਬ ਕੀ ਹੈ, ਅੱਧਾ ਘੇਰਾ। ਤੇ ਅੱਧਾ ਘੇਰਾ ਕੀ ਹੁੰਦਾ, ਅੱਧਾ ਘੇਰਾ ਹੁੰਦਾ ਇੱਕ ਵਾਰੀ ਲੰਬਾਈ ਜੋੜ ਲਓ, ਇੱਕ ਵਾਰੀ ਚੜਾਈ ਜੋੜ ਲਓ, ਅੱਧਾ ਹੋ ਗਿਆ। ਪੂਰਾ ਹੁੰਦਾ ਸਾਰਾ ਜੋੜਨਾ, 2 ਵਾਰੀ ਲੰਬਾਈ ਹੋਣੀ ਹੈ ਉੱਪਰ ਤੇ ਥੱਲੇ, 2 ਵਾਰੀ ਚੜਾਈ ਹੋਣੀ ਹੈ ਸਾਈਡਾਂ ਤੇ। ਪਰ ਅੱਧੇ ਪਰਿਮਾਪ ਦੇ ਵਿੱਚ ਤਾਂ ਇੱਕ ਵਾਰੀ ਹੋਣਾ, ਇੱਕ ਵਾਰੀ ਲੰਬਾਈ ਹੋਣੀ ਹੈ, ਇੱਕ ਵਾਰੀ ਚੜਾਈ ਹੋਣੀ ਹੈ। ਮਤਲਬ x + y ਬਰਾਬਰ 36। 36 ਦੇ ਅਰਧ ਪਰਿਮਾਪ ਆ ਤੁਹਾਡੇ ਸਾਹਮਣੇ ਲਿਖਿਆ, ਦੇਖ ਲਓ। ਹੁਣ 2 ਸਮੀਕਰਨਾਂ ਤੁਹਾਡੇ ਕੋਲ ਬਣ ਗਈਆਂ, ਦੂਜੀਆਂ ਅਲਜਬਰਿਕ ਬਣ ਗਿਆ। 1 ਅਤੇ 2 ਤੋਂ ਗ੍ਰਾਫ ਬਣਾ ਕੇ ਆਪ ਤੁਸੀਂ ਹੱਲ ਕਰੋ, ਇਹ ਮੈਂ ਨਹੀਂ ਕਰਨਾ, ਹੁਣ ਤੁਸੀਂ ਆਪ ਕਰਕੇ ਦੇਖੋ। ਓਕੇ, ਨੈਕਸਟ ਚੱਲਦੇ ਹਾਂ। ਪ੍ਰਸ਼ਨਾਵਲੀ 3.2 ਦਾ 6ਵਾਂ ਸਵਾਲ। 6ਵਾਂ ਸਵਾਲ ਕੀ ਆ, ਇੱਕ ਰੇਖੀ ਸਮੀਕਰਨ 2x + 3y - 8 ਬਰਾਬਰ 0 ਦਿੱਤੀ ਹੋਈ ਹੈ। 2 ਚਲਾਂ ਵਿੱਚ ਇੱਕ ਇਸ ਤਰ੍ਹਾਂ ਦਾ ਸਮੀਕਰਨ ਲਿਖੋ ਤਾਂ ਕਿ ਪ੍ਰਾਪਤ ਜੋੜੇ ਦਾ ਜਮਾਇਤੀ ਨਿਰੂਪਣ ਹੇਠਲਾ ਹੋਵੇ, ਜਦੋਂ ਕਿ ਕੱਟ ਦੀਆਂ ਰੇਖਾਵਾਂ ਹੋਣ, ਸਮਾਂਤਰ ਹੋਣ ਜਾਂ ਸੰਪਾਤੀ ਹੋਣ। ਇੱਕ ਕਹਿੰਦੇ ਸਮੀਕਰਨ ਅਸੀਂ ਦੇਤੀ, ਠੀਕ ਹੈ,
ਦੂਜੀ ਤੁਸੀਂ ਆਪ ਲਿਖਣੀ ਹੈ, 3 ਵਾਰੀ ਲਿਖਣੀ ਹੈ। ਪਹਿਲੀ ਵਾਰੀ ਜਦੋਂ ਲਿਖਣੀ ਹੈ ਤਾਂ ਕੱਟ ਦੀਆਂ ਰੇਖਾਵਾਂ ਹੋਣ, ਜੇ ਬਦਲ ਕੇ ਹੋਰ ਲਿਖ ਦਿਓ ਤਾਂ ਫਿਰ ਸਮਾਂਤਰ ਹੋਣ, ਫਿਰ ਬਦਲ ਕੇ ਲਿਖ ਦਿਓ ਫਿਰ ਸੰਪਾਤੀ ਹੋਣ। ਚਲੋ ਇੱਥੇ ਕਰਦੇ ਹਾਂ, ਹੱਲ ਸ਼ੁਰੂ ਕੀਤਾ। ਜੇ ਕੱਟ ਦੀਆਂ ਰੇਖਾਵਾਂ ਹੋਣ ਤਾਂ ਤੁਹਾਨੂੰ ਪਤਾ ਹੀ ਆ ਵਿਲੱਖਣ ਹੱਲ ਹੁੰਦਾ ਤੇ ਆਹ ਕੰਡੀਸ਼ਨ ਹੁੰਦੀ ਹੈ। ਤਾਂ ਅਸੀਂ ਥੱਲੇ ਦੂਜੀ ਸਮੀਕਰਨ ਆਪਣੇ ਕੋਲੋਂ ਲਿਖ ਦਿੱਤੀ ਬਣਾ ਕੇ, 2 ਦਾ 3 ਬਣਾਤਾ, 3 ਦਾ 2 ਬਣਾਤਾ। ਤਾਂ ਹੁਣ ਦੇਖੋ 2/3 ਤੇ 3/2 ਬਰਾਬਰ ਤਾਂ ਹੈ ਹੀ ਨਹੀਂ ਇਸ ਵਿੱਚ, ਇਸ ਕਰਕੇ ਕੱਟ ਦੀਆਂ ਰੇਖਾਵਾਂ ਹੋ ਗਈਆਂ ਤੇ ਆ ਜਿਹੜਾ ਦੂਜੀ ਸਮੀਕਰਨ ਹੈ ਸਾਡਾ ਆਨਸਰ ਹੋ ਗਿਆ। ਪਹਿਲੇ ਪਾਰਟ ਦਾ ਆਨਸਰ ਹੋ ਗਿਆ। ਹੁਣ ਦੂਸਰਾ ਚੱਲਦੇ ਗਏ। ਸਮਾਂਤਰ ਹੋਣ ਲਈ ਕੀ ਚਾਹੀਦਾ? ਸਮਾਂਤਰ ਹੋਣ ਲਈ ਚਾਹੀਦਾ ਕਿ ਇਹਦੇ ਬਰਾਬਰ ਹੋਵੇ, ਆਹ ਅਨੁਪਾਤ ਇਹਦੇ ਬਰਾਬਰ ਹੋਵੇ ਤੇ ਤੀਜੇ ਦੇ ਬਰਾਬਰ ਆਹ ਨਾ ਹੋਵੇ। ਤੁਸੀਂ ਪਿੱਛੇ ਕੰਡੀਸ਼ਨ ਦੁਬਾਰਾ ਦੇਖ ਸਕਦੇ ਜੇ ਚੇਤਾ ਭੁੱਲ ਗਿਆ, ਬਾਰ-ਬਾਰ ਉਹਨੂੰ ਦੇਖੋ ਜੇ ਯਾਦ ਕਰ ਲਓ, ਯਾਦ ਕਰਨਾ ਪੈਣਾ। ਤੇ ਇਹ ਕੰਡੀਸ਼ਨ ਲਈ ਅਸੀਂ ਕੀ ਕੀਤਾ? ਇਸ ਕੰਡੀਸ਼ਨ ਲਈ ਅਸੀਂ ਕੀ ਕੀਤਾ? 2 ਦਾ 2 ਹੀ ਲਿਖ ਲਿਆ, 3 ਦਾ 3 ਹੀ ਲਿਖ ਲਿਆ, 8 ਦੀ ਜਗ੍ਹਾ 7 ਲਿਖ ਦਿੱਤਾ, ਕਿਉਂਕਿ ਇਹਨਾਂ ਦੋਨਾਂ ਦਾ ਅਨੁਪਾਤ 2/2 1 ਹੋ ਗਿਆ, 3/3 1 ਹੋ ਗਿਆ, ਆਹ ਵੱਖਰਾ ਹੋ ਗਿਆ। ਕੰਡੀਸ਼ਨ ਕੰਪਲੀਟ ਹੋ ਗਈ, ਇਸ ਕਰਕੇ ਸਾਡਾ ਆਨਸਰ ਆ ਗਿਆ। ਤੀਸਰੀ ਤੁਸੀਂ ਆਪਣੇ ਵੱਲੋਂ ਹੋਰ ਵੀ ਲਿਖ ਸਕਦੇ, ਤਾਂ ਮੈਂ ਸੁਝਾਅ ਦਿੱਤੇ ਵੀ ਇੱਦਾਂ ਲਿਖ ਸਕਦੇ, ਕਰੋੜਾਂ ਹੀ ਅਰਬਾਂ ਦੀ ਤਰ੍ਹਾਂ ਲਿਖ ਸਕਦੇ। ਬਹੁਤ ਤਰੀਕੇ ਲਿਖਣ ਦੇ, ਬਹੁਤ ਆਨਸਰ ਆ ਸਕਦੇ। ਸੰਪਾਤੀ ਹੋਣ ਲਈ ਤਿੰਨੇ ਬਰਾਬਰ ਚਾਹੀਦੇ ਆ। ਅਸੀਂ ਕੀ ਕੀਤਾ ਫਿਰ? 2 ਦਾ ਡਬਲ 4, 3 ਦਾ ਡਬਲ 6 ਤੇ 8 ਦਾ ਡਬਲ 16। ਆ ਦੇਖੋ ਫਿਰ 2/4 3/6 ਤਿੰਨੇ ਬਰਾਬਰ ਆ ਗਏ ਅਨੁਪਾਤ, ਤੇ ਸਾਡਾ ਆਨਸਰ ਆ ਗਿਆ। ਤੇ ਇੱਥੇ ਸਾਡਾ ਜਿਹੜਾ 3.1 ਅਭਿਆਸ ਤੇ 3.2 ਦਾ ਕੰਮ ਮੁਕੰਮਲ ਹੁੰਦਾ। ਜਿਹੜਾ ਕੋਈ ਇੱਕ ਅੱਧਾ ਕਿਤੇ ਸਵਾਲ ਕੋਈ ਰਹਿ ਗਿਆ ਤਾਂ ਤੁਸੀਂ ਆਪ ਪ੍ਰੈਕਟਿਸ ਕਰ ਲਿਓ। ਬਹੁਤ ਕਾਫੀ ਤੁਸੀਂ ਸਿੱਖ ਲਿਆ, ਮੇਰਾ ਖਿਆਲ ਕਾਫੀ ਕੁਝ ਤੁਹਾਨੂੰ ਸਮਝ ਆ ਗਈ ਹੈ। ਫਿਰ ਵੀ ਜੇ ਕੋਈ ਪ੍ਰੋਬਲਮ ਹੋਏ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸ ਦੇਣਾ। ਇੱਥੇ ਮੈਂ ਕੰਪਲੀਟ ਕਰਦਾ ਤੇ ਨੈਕਸਟ ਜਿਹੜੀਆਂ ਸਾਡੀਆਂ ਐਕਸਰਸਾਈਜ਼ਸ ਜਾਂ ਪ੍ਰਸ਼ਨਾਵਲੀਆਂ ਉਹਨਾਂ ਨੂੰ ਅਗਲੇ ਵੀਡੀਓ ਵਿੱਚ ਕਵਰ ਕਰਾਂਗੇ। ਸੋ ਓਕੇ ਬਾਏ। ਕੰਪਲੀਟ ਕਰਦੇ ਕੰਮ ਇੱਥੇ।